दास पगबंद रामदास अर्जन गुरु बर श्री हरगोबिंद हरि राय हर कृष्ण गुर बर तेग बहादुर चंद दसवें गोबिंद सिंह गुर नमो चरण अरविंद जिसमें है अमृत ज्ञान है माणक भगत बैराग श्री गुरु ग्रंथ साहिब उदद बंदों कर अनुराग सतगुर मम बेरी कटहो निज बेरी परचार एह बेरी होए भाव सफल बिन बेरी कर पार एक ओंकारा सतगुरु तेह प्रसाद सच होए वाहे गुरु जी की फतेह बिघ्न विनाशन सोए एक ओंकारा सतगुरु तेह प्रसाद सच होए वाहे गुरु जी की फतेह बिघ्न विनाशन सोए। हाँ जी। पुत्र परिपुर कांगड़ के टिग किरपा जोध पर तरत बिलंद मिलियो रहे निस दिन सुख पावे करत वार्तालाप आनंद उत्तर परिपुर कांगड़ की टिग। सच्चे पातशाह गरीब नवाज दीन दुनिया दे मालक चबर छतर तखत दे मालक हाजरा हजूर जहरा जहूर सर्ब कला भरपूर अंतरयामी सुखां दे सागर वाहिगुरु अकाल पुरख जी दे सरगुण स्वरूप धन धन सच्चे पातशाह गरीब नवाज सतगुरु जी धन धन श्री गुरु ग्रंथ साहिब जी धन धन श्री गुरु ग्रंथ साहिब जी महाराज। सतगुरु जी की पवित्र पावन हाजरी दे विच सुभाएमान गुरु जी की प्यारी साजी नवाजी संगत जी आप जी बड़े ही प्यार दे नाल गुरु जी के चरणों विच बैठे हो। अपने सारिਆਂ ਦੇ चंगे भाग ने चंगी किस्मत है जिथे तुसी बड़े प्यार दे नाल बैठे हो उथे गुरदासपुर तो भाई सुखजिंदर सिंह जी वो भी बड़े ही प्यार दे नाल गुरु जी के चरणों में आके हाज़र होए हैं। सतगुरु जी कृपा करन साडे सारिਆਂ दियां हाज़रियां अपने चरणों में लवाउण प्यार दे नाल दोवें हथ जोड़ के गज के फतेह बुलाओ जी। वाहिगुरु जी का खालसा वाहिगुरु जी की। सतगुरु गरीब नवाज श्री गुरु हरगोबिंद साहिब जी की कथा संगतां बड़े प्यार दे नाल हर रोज़ सरवण करदियां ने। गुरु हरगोबिंद साहिब जी कांगड़पुर की धरती के उत्ते सुभाईमान हैं। कांगड़पुर की धरती तो जिथे कि राजा राय जोध गुरु जी का बहुता ही बड़ा सेवक है उन्हें बार बार अपने नगर दे गुरु जी का आसन लवाया होया जी। कल आप जी ने सुनिया महाराज राय जोध नूं लैके ते बार बार गए पिंड दे बार बार गए गुरु जी दे सिख सूरमे फौजां भी नाल ने। अचानक ही एक बड़ा वड्डा अजगर अपने तन नूं घसीड़दा होया
ਬੜਾ ਦੁਖੀ ਹੋਇਆ, ਗੁਰੂ ਜੀ ਦੇ ਸਾਹਮਣੇ ਨੂੰ ਆ ਰਿਹਾ ਜੀ। ਸਿੱਖ ਚਾਹੁੰਦੇ ਆ ਵੀ ਤਲਵਾਰਾਂ ਦੇ ਨਾਲ ਉਸ ਅਜਗਰ ਨੂੰ ਵੱਢ ਦਈਏ, ਕਿਉਂ ਅਜਗਰ ਦੀ ਮਾਰ ਭੈੜੀ ਹੁੰਦੀ ਹੈ। ਮਹਾਰਾਜ ਨੇ ਇਸ਼ਾਰਾ ਕੀਤਾ ਵੀ ਕਿਸੇ ਨੇ ਅਜਗਰ ਨੂੰ ਕੁਝ ਵੀ ਨਹੀਂ ਕਹਿਣਾ। ਤੇ ਸੰਗਤ ਜੀ, ਗੁਰੂ ਜੀ ਨੇ ਜਦੋਂ ਉਹ ਮਹਾਰਾਜ ਦੇ ਸਾਹਮਣੇ ਹੋਇਆ ਨਾ ਜੀ, ਆਪਣਾ ਸੱਜਾ ਜੋੜਾ ਲਾਇਆ, ਸੱਜੇ ਚਰਨ ਦਾ ਅੰਗੂਠਾ ਉਸ ਅਜਗਰ ਦੀ ਸਿਰੀ ਦੇ ਉੱਤੇ ਲਾਇਆ ਤੇ ਅਜਗਰ ਚਾਲਾ ਮਾਰ ਗਿਆ ਜੀ। ਉਹਦੀ ਮੌਤ ਹੋ ਗਈ ਜੀ। ਜਦੋਂ ਉਹਦੀ ਮੌਤ ਹੋਈ, ਉਸ ਅਜਗਰ ਦੇ ਸਰੀਰ ਦੇ ਵਿੱਚੋਂ ਕੀੜੇ ਬਾਹਰ ਨਿਕਲਣ ਲੱਗ ਪਏ ਜੀ। ਬੜੇ ਕੀੜੇ ਉਹਨੂੰ ਪਏ ਸਨ। ਸਿੱਖ ਬੜੇ ਹੈਰਾਨ ਹੋਏ। ਰਾਏ ਜੋਧ ਵੀ ਬੜਾ ਹੈਰਾਨ ਹੋਇਆ। ਰਾਏ ਜੋਧ ਨੇ ਫਿਰ ਮਹਾਰਾਜ ਜੀ ਨੂੰ ਪੁੱਛਿਆ ਵੀ ਸੱਚੇ ਪਾਤਸ਼ਾਹ, ਇਹ ਅਜਗਰ ਕੌਣ ਸੀਗਾ? ਤੇ ਆਪ ਜੀ ਨੇ ਚਰਨ ਲਾ ਕੇ ਇਹਨੂੰ ਮੁਕਤ ਕਰਤਾ। ਸਾਰੀ ਕਹਾਣੀ ਕੀ ਹੈਗੀ, ਕਥਾ ਕੀ ਹੈ? ਗੁਰੂ ਜੀ ਨੇ ਫਿਰ ਦੱਸਿਆ। ਮਹਾਰਾਜ ਕਹਿਣ ਲੱਗੇ, ਰਾਏ ਜੋਧ, ਇਹ ਅਜਗਰ ਬੜਾ ਵੱਡਾ ਮਹੰਤ ਸੀਗਾ। ਕਹਿਣ ਲੱਗੇ, ਪਹਿਲੇ ਜਨਮ ਵਿੱਚ ਇਹ ਬੜਾ ਵੱਡਾ ਮਹੰਤ ਸੀਗਾ। ਤੇ ਨਾਲ ਹੀ ਮਹਾਰਾਜ ਨੇ ਬਚਨ ਕੀਤਾ। ਮਹਾਰਾਜ ਕਹਿਣ ਲੱਗੇ, ਇਹਦੇ ਚੇਲੇ ਬੜੇ ਸੀਗੇ। ਚੇਤਾ ਰੱਖਿਓ, ਜਦੋਂ ਪਾਣੀ ਕਿਸੇ ਵੀ ਆਪਣੇ ਮੁੱਢ ਤੋਂ ਸ਼ੁਰੂ ਹੁੰਦਾ ਹੈ ਨਾ, ਉਹ ਸਾਫ਼ ਸੁਥਰਾ ਹੁੰਦਾ ਹੈ, ਪਰ ਦਰਿਆ ਤੱਕ ਆਉਂਦਿਆਂ ਆਉਂਦਿਆਂ ਉਹ ਗੰਧਲਾ ਹੋ ਜਾਂਦਾ ਹੈ। ਕਿਉਂ ਹੁੰਦਾ? ਰਸਤੇ 'ਚ ਹੋਰ ਵੀ ਬਹੁਤ ਕੁਝ ਮਿਲ ਜਾਂਦਾ ਜੀ। ਕਈ ਬੰਦੇ ਪਰਮੇਸ਼ਰ ਦੀ ਉਪਾਸਨਾ ਸ਼ੁਰੂ ਕਰਦੇ ਆ ਕਿ ਪਰਮੇਸ਼ਰ ਦੀ ਪ੍ਰਾਪਤੀ ਕਰੀਏ, ਪਰ ਜਦੋਂ ਰਿੱਧੀਆਂ ਸਿੱਧੀਆਂ ਮਿਲਣ ਲੱਗ ਪੈਂਦੀਆਂ, ਫਿਰ ਉਹ ਰਸਤੇ ਵਿੱਚ ਫਸ ਜਾਂਦੇ ਹਨ। ਸੁਤੇ ਸਿੱਧ ਜਨਮ ਤੋਂ ਕੋਈ ਅਵਤਾਰੀ ਪੁਰਸ਼ ਹੋਵੇ, ਉਹਦੀ ਗੱਲ ਵੱਖਰੀ ਹੈ। ਗੁਰੂ ਜੀ ਧੁਰੋਂ ਹੀ, ਜਨਮ ਤੋਂ ਹੀ ਅਵਤਾਰੀ ਪੁਰਸ਼ ਹਨ। ਪਰ ਕਈ ਵਾਰੀ ਬੰਦੇ ਪਰਮੇਸ਼ਰ ਦਾ ਨਾਮ ਜਪ ਕੇ ਰਿੱਧੀਆਂ ਸਿੱਧੀਆਂ ਦੀ ਮੰਗ ਕਰਦੇ ਆ, ਤੇ ਰਿੱਧੀਆਂ ਸਿੱਧੀਆਂ ਨੂੰ ਮੰਗਣ ਵਾਲੇ ਬਾਅਦ ਵਿੱਚ ਬਹੁਤ ਜ਼ਿਆਦਾ ਦੁਖੀ ਹੁੰਦੇ ਆ, ਬਹੁਤ ਦੁਖੀ ਹੁੰਦੇ ਆ। ਮਹਾਰਾਜ ਬਾਣੀ ਵਿੱਚ ਕਹਿੰਦੇ, ਚੇਲੇ ਬੜੇ ਬਣਾ ਲਏ, ਸਿੱਖ ਸਾਖਾ ਬਹੁਤੇ ਕੀਏ। ਭਗਤ ਕਬੀਰ ਜੀ ਕਹਿੰਦੇ ਆ, ਕਹਿੰਦੇ ਬੜੇ ਚੇਲੇ ਬਣਾ ਲਏ ਤੇ ਹੋਇਆ ਕੀ ਜੀ? ਚਾਲੇ ਥੇ ਹਰ ਮਿਲਨ ਕੋ, ਬੀਚੇ ਅਟਕਿਓ ਚੀਤ। ਆਪਾਂ ਕਹਿੰਦੇ ਇਹਦਾ ਚਾਲ ਚੱਲਣ ਤੇ ਠੀਕ ਸੀਗਾ, ਪਰ ਫਿਰ ਪਤਾ ਨਹੀਂ ਕੀ ਹੋ ਗਿਆ। ਚਾਲੇ ਦੇ ਵੀ ਦੋ ਅਰਥ ਨੇ। ਇੱਕ ਹੈ ਚੱਲਿਆ ਤੇ ਸੀ ਪਰਮੇਸ਼ਰ ਨੂੰ ਮਿਲਣ ਵਾਸਤੇ, ਪਰ ਵਿੱਚੇ ਹੀ ਚਿੱਤ ਅਟਕ ਗਿਆ। ਇੱਕ ਹੈ ਵੀ ਇਹਦੇ ਚਾਲੇ ਤੇ ਇਹੋ ਜਿਹੇ ਸੀਗੇ, ਭਾਵ ਚਾਲੇ ਤੇ ਪਰਮੇਸ਼ਰ ਨੂੰ ਮਿਲਣ ਵਾਲੇ ਸੀਗੇ, ਕੰਮ ਤੇ ਪਰਮੇਸ਼ਰ ਨੂੰ ਮਿਲਣ ਵਾਲੇ ਸੀਗੇ, ਪਰ ਚੇਲਿਆਂ ਦੇ ਵਿੱਚ ਸੁਰਤ ਫਸ ਗਈ ਜੀ। ਧਰਮ ਦੇ ਮਾਰਗ ਦੇ ਉੱਤੇ ਬਹੁਤ ਵੱਡੀ ਇੱਕ ਰੁਕਾਵਟ ਹੈਗੀ ਹੈ, ਉਹ ਹੈ ਰਿੱਧੀ ਸਿੱਧੀ। ਲੋਕੀ ਹੱਥ ਜੋੜਦੇ ਆ, ਉਹ ਫਿਰ ਅਧੂਰੇ ਬੰਦੇ ਵਾਸਤੇ ਖਤਰਨਾਕ ਸਾਬਤ ਹੁੰਦਾ ਹੈ। ਅਧੂਰੇ ਬੰਦੇ ਵਾਸਤੇ ਪੂਰਿਆਂ ਦੇ ਅੱਗੇ ਜਿੰਨਾ ਮਰਜ਼ੀ ਕੋਈ ਹੱਥ ਜੋੜੀ ਜਾਵੇ, ਭਾਵੇਂ ਪੂਰਿਆਂ ਦੇ ਚਰਨਾਂ 'ਤੇ ਹਰ ਸਮੇਂ ਹੀ ਮੱਥਾ ਰੱਖੀ ਜਾਵੇ, ਪੂਰੇ ਨਹੀਂ ਡੋਲਦੇ। ਪੂਰਨ ਕਬਹੂ ਨਾ ਡੋਲਤਾ। ਪਰ ਅਧੂਰੇ ਜਿਹੜੇ ਆ ਨਾ ਸੰਗਤ ਜੀ, ਉਹ ਡੋਲ ਜਾਂਦੇ ਆ। ਅਧੂਰੇ ਪੁਰਸ਼ ਇਸ ਤਰੀਕੇ ਨਾਲ ਡੋਲਦੇ ਆ, ਕਿਸੇ ਪਾਸੇ ਜੋਗੇ ਨਹੀਂ ਬਾਅਦ ਵਿੱਚ ਰਹਿੰਦੇ। ਮਹਾਰਾਜ ਕਹਿੰਦੇ ਨੇ ਚੇਲੇ ਬੜੇ ਬਣਾ ਲਏ, ਉਹਨਾਂ ਕੋਲ ਮਾਇਆ ਵੀ ਲਈ, ਉਹਨਾਂ ਕੋਲ ਸਤਿਕਾਰ ਵੀ ਕਰਾਇਆ, ਨਾ ਤੇ ਆਪ ਹੀ ਵਾਹਿਗੁਰੂ ਦਾ ਨਾਮ ਜਪਿਆ,
ਤੇ ਨਾ ਚੇਲਿਆਂ ਕੁਝ ਪਾਇਆ, ਤੇ ਮਰਨ ਤੋਂ ਬਾਅਦ ਇਹਨੂੰ ਸੱਪ ਦੀ ਜੁੰਨੀ ਮਿਲੀ। ਮਹਾਰਾਜ ਕਹਿੰਦੇ ਕਿਉਂਕਿ ਚੇਲਿਆਂ ਨੇ ਵੀ ਅਧੂਰੇ ਦਾ ਸੰਗ ਕੀਤਾ। ਕਾਚੇ ਗੁਰ ਤੇ ਮੁਕਤ ਨਾ ਹੁਆ, ਕੱਚੇ ਨਾਲ ਮੁਕਤੀ ਨਹੀਂ ਮਿਲਦੀ। ਮੁਕਤੀ ਹਮੇਸ਼ਾ ਪੂਰਾ ਹੀ ਦੇ ਸਕਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਪੂਰੇ ਹਨ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪੂਰੇ ਹਨ, ਉਹ ਮੁਕਤੀ ਦੇ ਸਕਦੇ ਆ। ਪੂਰਿਆਂ ਦੀ ਕਥਾ ਤੁਸੀਂ ਸੁਣ ਰਹੇ ਹੋ। ਪੂਰਿਆਂ ਨੇ ਤੇ ਚਰਨ ਦਾ ਅੰਗੂਠਾ ਹੀ ਲਾਇਆ ਤੇ ਉਹਨੂੰ ਮੁਕਤ ਕਰ ਦਿੱਤਾ ਜੀ। ਮਹਾਰਾਜ ਕਹਿੰਦੇ ਇਹਦੇ ਚੇਲੇ ਕੀੜੇ ਬਣ ਕੇ ਇਹਦੇ ਵਿੱਚ ਪਏ, ਇਹਦਾ ਮਾਸ ਖਾਂਦੇ, ਹਿਸਾਬ ਕਿਤਾਬ ਬਰਾਬਰ ਕਰਦੇ। ਪਰ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਇਹਦਾ ਵੀ ਉਧਾਰ ਕਰਤਾ ਤੇ ਇਹਦੇ ਚੇਲਿਆਂ ਦਾ ਵੀ ਕਰ ਦਿੱਤਾ। ਗੱਜ ਕੇ ਆਖੋ ਵਾਹਿਗੁਰੂ। ਪੂਰੇ ਗੁਰੂ ਜੀ ਸਭ ਕੁਝ ਕਰ ਸਕਦੇ ਆ। ਇਸੇ ਕਰਕੇ ਮਹਾਰਾਜ ਪੂਰੇ ਗੁਰੂ ਦੀ ਵਡਿਆਈ ਕਰਦੇ ਆ। ਬੜੀ ਵਡਿਆਈ ਗੁਰੂ ਜੀ ਨੇ ਬਾਣੀ ਵਿੱਚ ਕੀਤੀ। ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ, ਨਮੋ 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 ਨੇਤ 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 ਹੈ। ਗੁਰੂ ਜੀ ਦੀ ਮਹਿਮਾ ਬੜੀ ਵੱਡੀ ਹੈ, ਅਗਾਧ ਬੋਧ ਹੈ। ਰਾਏ ਜੋਧ ਉੱਥੋਂ ਫਿਰ ਮਹਾਰਾਜ ਜੀ ਦੇ ਚਰਨਾਂ ਵਿੱਚ ਨਮਸਕਾਰ ਕਰਦਾ। ਮਹਾਰਾਜ ਤੁਹਾਡੀ ਉਪਮਾ ਤੁਹਾਨੂੰ ਹੀ ਬਣ ਆਉਂਦੀ ਹੈ। ਥੋੜ੍ਹੀ ਅੱਗੇ ਮਹਾਰਾਜ ਗਏ ਤੇ ਪ੍ਰਸ਼ਾਦ ਪਾਣੀ ਤਿਆਰ ਹੋਇਆ, ਆਸਣ 'ਤੇ ਆਏ। ਰਸੋਈਆ ਮਹਾਰਾਜ ਦੇ ਸਾਹਮਣੇ ਆਇਆ, ਕਹਿੰਦਾ ਮਹਾਰਾਜ ਮੈਂ ਚੁੱਲ੍ਹੇ ਬਣਾਉਣ ਲਈ ਜ਼ਮੀਨ ਪੁੱਟ ਰਿਹਾ ਸਾਂ, ਸਬੂਤਾ ਹੀ ਕੰਕਾਲ ਨਿਕਲ ਆਇਆ। ਕਿਸੇ ਬੰਦੇ ਦਾ ਕੰਕਾਲ ਨਿਕਲ ਆਇਆ। ਮਹਾਰਾਜ ਇਹ ਕੌਣ ਹੈ? ਤੇ ਗੁਰੂ ਜੀ ਫਿਰ ਉਹਨੂੰ ਵੇਖ ਕੇ ਕਹਿਣ ਲੱਗੇ ਬਹੁਤ ਵੱਡਾ ਤਪੀਸ਼ਰ ਬੰਦਾ। ਮਹਾਰਾਜ ਕਹਿਣ ਲੱਗੇ ਇੱਕ ਸਮਾਂ ਆਇਆ ਜਿੱਥੇ ਆਪਾਂ ਬੈਠੇ ਹਾਂ, ਇੱਥੇ ਕਾਲ ਪੈ ਗਿਆ ਸੀ, ਲੋਕ ਭੁੱਖ ਨਾਲ ਮਰਨ ਲੱਗ ਪਏ। ਇਹ ਜਿਸ ਬੰਦੇ ਦਾ ਕੰਕਾਲ ਹੈ ਨਾ, ਇਹਦੇ ਕੋਲ ਸਿੱਧੀ ਸੀ। ਇਹ ਚਾਹੁੰਦਾ ਜਿੰਨੀਆਂ ਮਰਜ਼ੀ ਪ੍ਰਸ਼ਾਦੇ ਪੈਦਾ ਕਰ ਦਿੰਦਾ, ਜਿੰਨਾ ਮਰਜ਼ੀ ਅੰਨ ਪੈਦਾ ਕਰ ਦਿੰਦਾ, ਪਰ ਇਹਨੇ ਭਾਣਾ ਮੰਨਿਆ। ਮਹਾਰਾਜ ਕਹਿੰਦੇ ਭਾਣਾ ਮੰਨ ਕੇ ਆਪ ਵੀ ਭੁੱਖਾ ਹੀ ਮਰਿਆ। ਭਾਵ ਆਪਣੇ ਲਈ ਵੀ ਕਰਾਮਾਤ ਦੇ ਨਾਲ ਅੰਨ ਨਹੀਂ ਬਣਾਇਆ ਇਹਨੇ, ਆਪਣੇ ਲਈ ਵੀ। ਮਹਾਰਾਜ ਕਹਿੰਦੇ ਪਰਮੇਸ਼ਰ ਇਹੋ ਜਿਹੇ ਬੰਦਿਆਂ ਤੋਂ ਬਹੁਤ ਖੁਸ਼ ਹੁੰਦੇ ਆ। ਕਰਾਮਾਤ ਕਰਕੇ ਅੰਨ ਤੇ ਪੈਦਾ ਕਰ ਸਕਦਾ ਸੀਗਾ ਉਹ, ਪਰ ਬਾਅਦ 'ਚ ਉਹਨੇ ਦੁਖੀ ਹੋਣਾ ਸੀਗਾ। ਇੱਕ ਬੜੇ ਵੱਡੇ ਮਹਾਂਪੁਰਖ ਅੰਤਲੇ ਸਮੇਂ ਬੜੇ ਦੁਖੀ ਸਨ। ਉਹਨਾਂ ਦਾ ਚੇਲਾ ਕਹਿੰਦਾ ਮਹਾਂਪੁਰਖੋ ਤੁਸੀਂ ਤੇ ਦੂਜਿਆਂ ਨੂੰ ਰਾਜੀ ਕਰ ਦਿੰਦੇ ਸੀਗੇ, ਦ੍ਰਿਸ਼ਟੀ ਪਾ ਕੇ ਰਾਜੀ ਕਰ ਦਿੰਦੇ ਸੀਗੇ, ਹੁਣ ਆਪਣੇ ਉੱਤੇ ਵੀ ਕਿਰਪਾ ਕਰ ਲਓ। ਮਹਾਂਪੁਰਖ ਕਹਿੰਦੇ ਪਿਆਰਿਆ ਇਹ ਰੱਬ ਦੀ ਰਜ਼ਾ ਵਿੱਚ ਦਖਲ ਦੇਣ ਦਾ ਨਤੀਜਾ ਹੈਗਾ। ਕਹਿੰਦੇ ਅਸੀਂ ਪਰਮੇਸ਼ਰ ਦੀ ਰਜ਼ਾ ਦੇ ਵਿੱਚ ਦਖਲ ਅੰਦਾਜ਼ੀ ਦਿੱਤੀ, ਉਹਦਾ ਫਲ ਸਾਨੂੰ ਮਿਲ ਰਿਹਾ। ਕਹਿੰਦੇ ਉਹਦਾ ਫਲ ਮਿਲ ਰਿਹਾ। ਇਸ ਕਰਕੇ ਸੰਗਤ ਜੀ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਪਰਮੇਸ਼ਰ ਨੂੰ ਭਾਣਾ ਮੰਨਣ ਵਾਲੇ ਬੜੇ ਹੀ ਚੰਗੇ ਲੱਗਦੇ ਆ, ਬੜੇ ਹੀ ਚੰਗੇ ਲੱਗਦੇ ਆ। ਤੇ ਪਰਮੇਸ਼ਰ ਜੀ ਭਾਣਾ ਮੰਨਣ ਵਾਲਿਆਂ ਤੇ ਬਹੁਤ ਦਿਆਲੂ ਹੁੰਦੇ ਆ। ਇਹ ਬਚਨ ਬਿਲਾਸ ਗੁਰੂ ਜੀ ਨੇ ਉੱਥੇ ਬੈਠ ਕੇ ਕੀਤੇ। ਹੁਣ ਅੱਗੋਂ ਅੱਜ ਦੀ ਕਥਾ ਸੁਣੀਏ। ਬੜੀ ਸ਼ਰਧਾ ਵਾਲਾ ਪ੍ਰਸੰਗ ਹੈ। ਸਭ ਸੰਗਤ ਗੱਜ ਕੇ ਆਖੋ ਸਤਿਨਾਮ। ਫਿਰ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ। ਉਤਰ ਭਰੇਪੁਰ ਕਾਂਗੜ ਕੇ ਢਿੱਗ। ਹਜੂਰ ਮਹਾਰਾਜ ਫਿਰ ਉੱਥੋਂ ਚੱਲੇ ਤੇ ਕਾਂਗੜਪੁਰ ਦੇ ਵਿੱਚ ਆ ਗਏ। ਮਹਾਰਾਜ ਕਾਂਗੜਪੁਰ ਦੇ ਵਿੱਚ ਜਿੱਥੇ ਆਸਣ ਲੱਗਾ ਸੀਗਾ ਗੁਰੂ ਜੀ ਦਾ,
ਹਾਂਜੀ। ਕਿਰਪਾ ਜੋਧ ਪਰ ਧਰਤ ਬਿਲੰਦ। ਗੁਰੂ ਜੀ ਰਾਏ ਜੋਧ ਉੱਤੇ ਬਹੁਤ ਕਿਰਪਾ ਕਰ ਰਹੇ ਆ, ਬੜੀ ਮਿਹਰ ਕਰ ਰਹੇ ਆ, ਬੜੀ ਬਖਸ਼ਿਸ਼ ਕਰ ਰਹੇ ਹਨ। ਹਾਂਜੀ ਮਿਲਿਓ ਰਹਿ ਨਿਸ ਦਿਨ ਸੁਖ ਪਾਵੈ। ਹਾਂਜੀ। ਕਰਤ ਬਾਰਤਾ ਲਾਪ ਆਨੰਦ। ਹਜੂਰ ਮਹਾਰਾਜ ਰਾਤ ਦਿਨ ਰਾਏ ਜੋਧ ਨੂੰ ਆਪਣੇ ਕੋਲ ਬਿਠਾ ਲੈਂਦੇ ਜੀ, ਤੇ ਰਾਏ ਜੋਧ ਨਾਲ ਨਾ ਬਚਨ ਬਲਾਸ ਵੀ ਕਰਦੇ ਮਹਾਰਾਜ। ਬੜੇ ਪ੍ਰੇਮ ਨਾਲ ਰਾਏ ਜੋਧ ਦੇ ਨਾਲ ਬਚਨ ਬਲਾਸ ਕਰਦੇ ਰਹਿਣਾ, ਬੜੇ ਆਨੰਦ ਨਾਲ ਬੈਠੇ ਰਹਿਣਾ। ਹਾਂਜੀ। ਹਾਥ ਜੋਰ ਕਰ ਜੋਧ ਬਖਾਨੀ। ਰਾਏ ਜੋਧ ਹੱਥ ਜੋੜ ਕੇ ਬੇਨਤੀ ਕਰਨ ਲੱਗਾ। ਅਸਲ ਵਿੱਚ ਜਦੋਂ ਦੇ ਮਹਾਰਾਜ ਕਾਂਗੜਪੁਰ ਆਏ ਆ ਨਾ, ਰਾਏ ਜੋਧ ਦੇ ਮਹਿਲਾਂ ਵਿੱਚ ਨਹੀਂ ਗਏ ਮਹਾਰਾਜ, ਰਾਏ ਜੋਧ ਦੇ ਘਰ ਨਹੀਂ ਗਏ ਮਹਾਰਾਜ, ਬਾਰ-ਬਾਰ ਹੀ ਬੈਠੇ ਨੇ। ਰਾਏ ਜੋਧ ਹੱਥ ਜੋੜ ਕੇ ਬੇਨਤੀ ਕਰਦਾ ਮਹਾਰਾਜ ਨੂੰ, ਕਿਰਪਾ ਕਰੋ ਇਮ ਕਿਰਪਾ ਨਿਧਾਨ। ਸੱਚੇ ਪਾਤਸ਼ਾਹ ਤੁਸੀਂ ਤੇ ਕਿਰਪਾ ਦੇ ਖਜ਼ਾਨੇ ਹੋ। ਚੇਤਾ ਰੱਖਿਓ, ਦੁਨੀਆ ਦੇ ਹਰ ਬੰਦੇ ਕੋਲੋਂ ਤਰਸ ਮੁੱਕ ਸਕਦਾ ਹੈ, ਗੁਰੂ ਸਾਹਿਬ ਕੋਲੋਂ ਤਰਸ ਨਹੀਂ ਕਦੀ ਮੁੱਕ ਸਕਦਾ। ਮਹਾਰਾਜ ਕਿਰਪਾ ਦੇ ਖਜ਼ਾਨੇ ਨੇ। ਲੱਖ ਗਲਤੀਆਂ ਕਰੇ ਬੰਦਾ, ਫਿਰ ਗੁਰੂ ਜੀ ਦੇ ਅੱਗੇ ਹੱਥ ਜੋੜੇ, ਗੁਰੂ ਜੀ ਫਿਰ ਕਿਰਪਾ ਕਰ ਦਿੰਦੇ ਜੀ। ਰਾਏ ਜੋਧ ਛੇਵੇਂ ਪਾਤਸ਼ਾਹ ਨੂੰ ਕਹਿ ਰਿਹਾ, ਮਹਾਰਾਜ ਤੁਸੀਂ ਤੇ ਕਿਰਪਾ ਨਿਧਾਨ ਹੋ, ਕਿਰਪਾ ਹੀ ਕਰ ਦਿਓ। ਹਾਂਜੀ। ਪਾਵਨ ਕੋ ਕਰ ਪਾਵਨ ਕਰ ਮਮ। ਹਾਂਜੀ। ਪਾਵਨ ਕਰੋ ਦਾਸ ਜੋ ਜਾਨ। ਤੇ ਵੇਖੋ ਭਾਈ ਸੰਤੋਖ ਸਿੰਘ ਪਾਵਨ ਸ਼ਬਦ ਹੀ ਬਾਰ-ਬਾਰ ਲਿਖ ਰਹੇ ਨੇ। ਕਹਿੰਦੇ ਪਾਵਨ ਕੋ ਪਾਵਨ ਘਰ ਮਮ। ਆਪਣੇ ਪਵਿੱਤਰ ਜਿਹੜੇ ਚਰਨ ਨੇ ਨਾ, ਉਹ ਦਾਸ ਦੇ ਘਰ ਪਾਓ ਤੇ ਪਾਵਨ ਕਰੋ ਦਾਸ ਕੋ ਜਾਨ। ਮਹਾਰਾਜ ਮੇਰਾ ਘਰ ਹੀ ਪਵਿੱਤਰ ਕਰ ਦਿਓ। ਸੇਵਕ ਜਾਣ ਕੇ ਘਰ ਵਿੱਚ ਚਰਨ ਪਾਓ ਸੱਚੇ ਪਾਤਸ਼ਾਹ। ਹਾਂਜੀ। ਅਚਹੁ ਆਹਾਰ ਆਪ ਤਹਿ ਬੈਠੋ। ਸਾਡੇ ਦੋਵਾਂ ਜੀਆਂ ਦੀ ਇੱਛਾ ਹੈ ਆਪਣੇ ਹੱਥੀਂ ਪ੍ਰਸ਼ਾਦਾ ਛਕਾਉਣਾ ਆਪ ਜੀ ਨੂੰ, ਆਪ ਸੇਵਾ ਕਰਨੀ ਚਾਹੁੰਦੇ ਅਸੀਂ ਆਪ ਜੀ ਦੀ। ਪੁਨ ਚਾਹਤ ਕੀ ਨੋ ਪ੍ਰਸਥਾਨ। ਕਿਉਂ ਮੈਂ ਸਿੱਖਾਂ ਕੋਲੋਂ ਸੁਣਿਆ ਆਪ ਜੀ ਹੁਣ ਇੱਥੋਂ ਅੱਗੇ ਜਾਣਾ ਚਾਹੁੰਦੇ ਜੇ, ਤੇ ਜਾਣ ਤੋਂ ਪਹਿਲਾਂ ਘਰ ਵਿੱਚ ਚਰਨ ਪਾਓ ਮਹਾਰਾਜ। ਹਾਂਜੀ। ਇਹ ਅਭਿਲਾਖਾ ਪੂਰਨ ਕੀਜੈ। ਇਹ ਮੇਰੀ ਇੱਛਾ ਹੈ। ਰਾਏ ਜੋਧ ਬੜੇ ਪਿਆਰ ਨਾਲ ਗੁਰੂ ਜੀ ਨੂੰ ਕਹਿ ਰਿਹਾ, ਮਹਾਰਾਜ ਇਹ ਮੇਰੀ ਇੱਛਾ ਹੈ, ਕਿਰਪਾ ਕਰੋ, ਇਹ ਮੇਰੀ ਇੱਛਾ ਪੂਰੀ ਕਰ ਦਿਓ। ਸਰਬ ਕਲਾ ਸਮਰੱਥ ਗੁਣਵਾਨ। ਤੁਸੀਂ ਤੇ ਮਹਾਰਾਜ ਸਰਬ ਕਲਾ ਸਮਰੱਥ ਹੋ, ਗੁਣਵਾਨ ਹੋ, ਕਿਰਪਾ ਕਰੋ ਤੇ ਮੇਰੀ ਇੱਛਾ ਹੀ ਪੂਰੀ ਕਰ ਦਿਓ। ਹਾਂਜੀ। ਭਏ ਪ੍ਰੇਮ ਬਸ ਬਿਨਤੀ ਮਾਨੀ। ਤੇ ਮਹਾਰਾਜ ਤੇ ਹੈ ਹੀ ਪ੍ਰੇਮ ਵਸ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਜਦੋਂ ਰਾਏ ਜੋਧ ਨੇ ਬੜੀ ਨਿਮਰਤਾ ਨਾਲ ਬੇਨਤੀ ਕੀਤੀ ਨਾ ਜੀ, ਤੇ ਗੁਰੂ ਜੀ ਫਿਰ ਉਹਦੀ ਬੇਨਤੀ ਮੰਨ ਲਈ ਜੀ। ਹਾਂਜੀ। ਗੁਰੂ ਗਰੀਬ ਨਿਵਾਜ ਕਿਰਪਾਲ। ਮਹਾਰਾਜ ਗਰੀਬ ਨਵਾਜ ਨੇ, ਕਿਰਪਾਲੂ ਨੇ। ਮਹਾਰਾਜ ਨੇ ਉਹਦੀ ਰਾਏ ਜੋਧ ਦੀ ਬੇਨਤੀ ਮੰਨੀ ਜੀ। ਹਾਂਜੀ। ਲੈ ਕਰ ਗਮਨਿਓ ਸਦਨ ਆਪਨੇ। ਹਾਂਜੀ। ਰੁਚ ਰਾਸਨ ਇੱਕ ਡਾਸ ਵਿਸਾਲ। ਮਹਾਰਾਜ ਗਰੀਬ ਨਵਾਜ ਕਹਿੰਦੇ ਫਿਰ ਠੀਕ ਹੈ। ਕੁਝ ਸਿੱਖ ਤੇ ਗੁਰੂ ਹਰਗੋਬਿੰਦ ਸਾਹਿਬ ਆਪ ਚੱਲ ਕੇ ਫਿਰ ਰਾਏ ਜੋਧ ਦੇ ਘਰ ਵਿੱਚ ਗਏ ਜੀ। ਰਾਜਾ ਸੀਗਾ ਜੀ ਉਹਦਾ ਤੇ ਮਹਿਲ ਸੀਗਾ ਜੀ, ਉਹਦੇ ਮਹਿਲ ਵਿੱਚ ਗਏ ਜੀ, ਤੇ ਰਾਏ ਜੋਧ ਨੇ ਤਿਆਰੀ ਕੀਤੀ। ਉਹਦੇ ਮਹਿਲਾਂ ਦੇ ਵਿੱਚ ਸਭ ਤੋਂ ਵਧੀਆ ਜਿਹੜਾ ਪਲੰਘ ਸੀ ਨਾ, ਉਹਨੇ ਉਹ ਡਾਇਆ ਜੀ ਮਹਾਰਾਜ ਵਾਸਤੇ ਜੀ। ਹਾਂਜੀ। ਕਰ ਕੋ ਜੋਰ ਬਿਠਾਵਨ ਕੀਨੇ। ਫਿਰ ਹੱਥ ਜੋੜੇ ਜੀ, ਪਿਆਰ ਤੇ ਰਾਏ ਜੋਧ ਦਾ ਡੁੱਲ ਡੁੱਲ ਕੇ ਪਵੇ, ਡੁੱਲ ਡੁੱਲ ਕੇ ਜੀ ਹੱਥ ਜੋੜੇ। ਹੱਥ ਜੋੜ ਕੇ ਗੁਰੂ ਜੀ ਨੂੰ ਬੈਠਣ ਦੀ ਬੇਨਤੀ ਕੀਤੀ। ਦੰਪਤ ਆਏ ਹਰਖ ਤਿਸ ਕਾਲ। ਦੋਵੇਂ ਜੀ ਬੜੇ ਖੁਸ਼ ਨੇ ਜੀ, ਬਹੁਤ ਖੁਸ਼ ਨੇ, ਤੇ ਮਹਾਰਾਜ ਗਰੀਬ ਨਵਾਜ ਜੀ ਦੀ ਸੇਵਾ ਕਰਨ ਲੱਗੇ ਜੀ ਉਹ। ਹਾਂਜੀ। ਜਲ ਕਰ ਧਾਰ ਜੋਧ ਤਬ ਡਾਰਤ। ਹਾਂਜੀ। ਚਰਨ ਭਾਰ ਜਾ ਭਲੇ ਪਖਾਲ। ਹੁਣ ਕੋਈ ਬੰਦਾ ਇਹ ਰੀਸ ਨਾ ਕਰਨ ਲੱਗ ਪਵੇ ਜੀ। ਹਾਂਜੀ।
ਮਹਾਰਾਜ ਜੀ ਦੇ ਚਰਨ ਪਰਾਤ ਵਿੱਚ ਰੱਖ ਕੇ ਨਾ ਦੋਵਾਂ ਜੀਆਂ ਨੇ ਗੁਰੂ ਜੀ ਦੇ ਚਰਨ ਧੋਤੇ ਜੀ। ਹਾਂਜੀ, ਫਿਰ ਪੰਕਤੀ ਪੜਿਓ। ਜਲ ਕਰ ਧਾਰ ਜੋਧ ਤਬ ਡਾਰਤ। ਐ ਪਾਣੀ ਦੀ ਧਾਰ ਬਣਾ ਕੇ ਜੋਧ ਪਾ ਰਿਹਾ ਮਹਾਰਾਜ ਦੇ ਚਰਨਾਂ ਤੇ ਚਰਨ ਭਾਰ ਜਾ ਭਲੇ ਪਖਾਲ। ਤੇ ਰਾਣੀ ਮਹਾਰਾਜ ਜੀ ਦੇ ਚਰਨ ਧੋ ਰਹੀ ਹੈ ਜੀ। ਚੇਤਾ ਰੱਖਿਓ, ਇਹ ਗੱਲ ਗੁਰੂ ਜੀ ਨੂੰ ਫੱਬਦੀ ਹੈ, ਸਤਿਗੁਰੂ ਜੀ ਨੂੰ ਫੱਬਦੀ ਹੈ। ਮਹਾਰਾਜ ਕਹਿੰਦੇ ਆ ਨਾ, ਗੁਰ ਕੇ ਚਰਨ ਧੋਏ ਧੋਏ ਪੀਵਾ। ਹਾਂਜੀ, ਬੜੇ ਪਿਆਰ ਨਾਲ ਚਰਨ ਧੋ ਰਹੇ ਦੋਵੇਂ ਜਣੇ ਮਹਾਰਾਜ ਦੇ। ਹਾਂਜੀ, ਚਰਨਾਮ੍ਰਿਤ ਕੋ ਪਾਨ ਕਰਿਓ ਜੁਗ। ਫਿਰ ਦੋਵਾਂ ਜਣਿਆਂ ਨੇ ਮਹਾਰਾਜ ਜੀ ਦੇ ਚਰਨਾਂ ਦਾ ਜਿਹੜਾ ਜਲ ਸੀ ਨਾ, ਉਹ ਪ੍ਰੇਮ ਨਾਲ ਛਕਿਆ ਜੀ। ਉਦੋਂ ਸਿੱਖੀ ਧਾਰਨ ਕਰਨ ਦਾ ਤਰੀਕਾ ਸੀਗਾ, ਜਿਵੇਂ ਅੱਜ ਅੰਮ੍ਰਿਤ ਛਕਿਆ ਜਾਂਦਾ ਨਾ, ਉਸ ਸਮੇਂ ਚਰਨਾਮ੍ਰਿਤ ਛਕਿਆ ਜਾਂਦਾ ਸੀ। ਚਰਨ ਧੋਏ ਰਹਿ ਰਾਸ ਕਰ ਚਰਨਾਮ੍ਰਿਤ ਗੁਰ ਸਿੱਖਾਂ ਪਿਲਾਇਆ। ਉਹ ਮਹਾਰਾਜ ਜੀ ਦੇ ਚਰਨਾਂ ਦਾ ਜਲ ਦੋਵਾਂ ਜੀਆਂ ਨੇ ਛਕਿਆ। ਰਾਏ ਜੋਧ ਨੇ ਵੀ ਛਕਿਆ ਤੇ ਰਾਣੀ ਨੇ ਵੀ ਛਕਿਆ ਜੀ। ਹਾਂਜੀ, ਸੀਸ ਬਿਲੋਚਨ ਕੋ ਤਬ ਲਾਏ। ਫਿਰ ਮਹਾਰਾਜ ਜੀ ਦੇ ਚਰਨਾਂ ਦਾ ਜਲ ਆਪਣੇ ਸੀਸ ਵਿੱਚ ਵੀ ਪਾਇਆ, ਆਪਣੇ ਨੇਤਰਾਂ ਵਿੱਚ ਵੀ ਪਾਇਆ ਜੀ। ਤੇ ਬੜੀ ਖੁਸ਼ੀ ਮਨਾਈ, ਭਾਗਾਂ ਦੇ ਨਾਲ ਸਾਨੂੰ ਮੌਕਾ ਮਿਲਿਆ ਹੈ। ਹਾਂਜੀ, ਸਦਨ ਕਰਿਓ ਸ਼ਿਰਕਾਵਨ ਸਾਰੇ। ਸਾਰੇ ਘਰ ਵਿੱਚ ਗੁਰੂ ਜੀ ਦੇ ਚਰਨਾਂ ਦਾ ਜਲ ਛਿੜਕਿਆ ਜੀ। ਹਾਂਜੀ, ਕੋਈ ਜੋ ਮਰਜ਼ੀ ਆਖੇ, ਹਰਿਮੰਦਰ ਸਾਹਿਬ ਸਰੋਵਰ ਦਾ ਜਲ ਲਿਆ ਕੇ ਆਪਣੇ ਘਰ ਵਿੱਚ ਛਿੜਕਿਆ ਕਰੋ ਜੀ। ਉਹ ਗੁਰੂ ਜੀ ਦੇ ਅੰਮ੍ਰਿਤ ਸਰੋਵਰ ਦਾ ਜਲ ਹੈ ਜੀ। ਹਾਂਜੀ, ਸਤਿਗੁਰ ਸ਼ਰਧਾ ਅਧਿਕ ਵਧਾਏ। ਦੋਵਾਂ ਜੀਆਂ ਨੇ ਗੁਰੂ ਸਾਹਿਬ ਦੇ ਉੱਤੇ ਆਪਣੀ ਸ਼ਰਧਾ ਬਹੁਤੀ ਕਾਇਮ ਕੀਤੀ ਹੋਈ ਹੈ ਜੀ। ਬਹੁਤੀ ਸ਼ਰਧਾ ਕਾਇਮ ਕੀਤੀ। ਚਰਨ ਧਵਾਏ, ਉਹ ਜਲ ਆਪ ਵੀ ਛਕਿਆ, ਆਪਣੀਆਂ ਅੱਖਾਂ ਵਿੱਚ ਵੀ ਪਾਇਆ, ਆਪਣੇ ਸੀਸ ਵਿੱਚ ਵੀ ਪਾਇਆ। ਹਾਂਜੀ, ਨਾਨਾ ਬਿਦ ਕੋ ਸਵਾਦਲ ਭੋਜਨ। ਫਿਰ ਕਈ ਤਰ੍ਹਾਂ ਦਾ ਭੋਜਨ ਪ੍ਰਸ਼ਾਦਾ ਤਿਆਰ ਕੀਤਾ ਜੀ ਮਹਾਰਾਜ ਵਾਸਤੇ, ਕਈ ਤਰ੍ਹਾਂ ਦਾ। ਹਾਂਜੀ, ਥਾਰ ਪਰੋਸ ਆਪ ਹੀ ਲਿਆਏ। ਦੋਵੇਂ ਜੀ ਫਿਰ ਥਾਲ ਪਰੋਸ ਕੇ ਨਾ ਜੀ, ਵੱਡਾ ਥਾਲ ਪਰੋਸਿਆ ਤੇ ਗੁਰੂ ਜੀ ਵਾਸਤੇ ਲੈ ਕੇ ਆਏ ਜੀ। ਹਾਂਜੀ, ਧਰ ਆਗੇ ਨਿਜ ਲੈ ਰੁਮਾਲ ਕਰ। ਹਾਂਜੀ, ਦੰਪਤ ਠਾਂਡੇ ਅਸਨ ਅਚਾਏ। ਆਪਣੇ ਹੱਥ ਵਿੱਚ ਰੁਮਾਲ ਲੈ ਕੇ ਰਾਏ ਜੋਧ ਖਲੋਤਾ ਜੀ। ਹਾਂਜੀ, ਤੇ ਮਹਾਰਾਜ ਗਰੀਬ ਨਵਾਜ ਜੀ ਨੂੰ ਨਾ ਜੀ ਛਕਾ ਰਹੇ ਆ ਭੋਜਨ, ਨਾਲ ਨਾਲ ਪੱਖਾ ਚੱਲਣ ਦੇ ਆ ਜੀ। ਹਾਂਜੀ, ਇਹ ਸਵਾਦਲ ਬਹੁ ਮਧੁਰ ਬਣਿਓ ਪ੍ਰਭ। ਇਹ ਬਹੁ ਤੁਰਸ਼ ਸਲਵਨ ਪ੍ਰਕਾਰ। ਇਹ ਬਹੁ ਸਵਾਦਲ ਬਹੁ ਮਧੁਰ ਬਣਿਓ। ਸੱਚੇ ਪਾਤਸ਼ਾਹ ਤੇ ਬਹੁਤਾ ਹੀ ਸਵਾਦ ਹੈਗਾ, ਆ ਛਕੋ। ਇਹ ਬਹੁਤ ਤੁਰਸ਼ ਸਲਵਨ ਪ੍ਰਕਾਰ, ਮਹਾਰਾਜ ਦੇ ਲੂਣਾ ਹੈਗਾ, ਇਹ ਮਹਾਰਾਜ ਮਿੱਠਾ ਹੈਗਾ। ਛਕਾਉਣ ਦਾ ਵੀ ਤਰੀਕਾ ਹੋਣਾ ਚਾਹੀਦਾ ਨਾ ਜੀ। ਆਖੋ ਵਾਹਿਗੁਰੂ। ਛਕਾਉਣ ਦਾ ਤਰੀਕਾ ਹੋਣਾ ਚਾਹੀਦਾ। ਜਿਹਨੂੰ ਛਕਾਉਣਾ ਆ ਜੇ ਉਹ ਖੁਸ਼ੀਆਂ ਲੈ ਲੈਂਦਾ ਜੀ, ਤੇ ਜਿਹਨੂੰ ਛਕਾਉਣ ਦਾ ਤਰੀਕਾ ਨਾ ਜੀ ਹੋਵੇ, ਬਹੁਤ ਕੁਝ ਕੋਲ ਹੋਵੇ, ਖੁਸ਼ੀ ਨਹੀਂ ਲੈ ਸਕਦਾ ਜੀ। ਮਹਾਰਾਜ ਆ ਵੇਖੋ, ਇਹ ਮਿੱਠਾ ਹੈਗਾ। ਮਹਾਰਾਜ ਰਾਣੀ ਨੇ ਬੜੇ ਹੀ ਪਿਆਰ ਨਾਲ ਬਣਾਇਆ, ਕਿਰਪਾ ਕਰਕੇ ਆ ਵੀ ਛਕੋ। ਮਹਾਰਾਜ ਆ ਲੂਣਾ ਪਦਾਰਥ ਤੇ ਬਹੁਤਾ ਹੀ ਸਵਾਦ ਹੈਗਾ, ਕਿਰਪਾ ਕਰਕੇ ਇਹ ਛਕੋ। ਹਾਂਜੀ, ਇਮ ਕਹਿ ਕਰ ਬਹੁ ਧਰ ਧਰ ਭਾਊ। ਇਹ ਕਹਿ ਕੇ ਕਹਿੰਦੇ ਆ ਤੇ ਨਾਲੇ ਭਾਵਨਾ ਰੱਖਦੇ ਆ ਜੀ। ਤੇ ਬਾਰ-ਬਾਰ ਕਦੀ ਥਾਲੇ ਵਿੱਚ ਕੁਝ ਲਿਆ ਕੇ ਰੱਖ ਦਿੰਦੇ ਆ, ਕਦੀ ਕੁਝ ਲਿਆ ਕੇ ਰੱਖ ਦਿੰਦੇ ਆ, ਕਦੀ ਕੁਝ ਲਿਆ ਕੇ ਰੱਖ ਦਿੰਦੇ ਆ। ਇਹ ਸੰਗਤ ਜੀ ਅੰਦਰ ਦਾ ਚਾਅ ਹੁੰਦਾ ਜੀ। ਆਖੋ ਸ੍ਰੀ ਵਾਹਿਗੁਰੂ। ਕਈ ਸੇਵਾਦਾਰਾਂ ਨੂੰ ਸੰਗਤਾਂ ਦੀ ਸੇਵਾ ਕਰਨ ਦਾ ਬਹੁਤਾ ਹੀ ਸ਼ੌਂਕ ਹੁੰਦਾ ਜੀ। ਉਹ ਕਦੀ ਕੁਝ ਛਕਾਉਂਦੇ ਆ, ਕਦੀ ਕੁਝ ਛਕਾਉਂਦੇ ਆ, ਤੇ ਮੇਰੇ ਵਰਗਿਆਂ ਨੂੰ ਛਕਣ ਦਾ ਚਾਅ ਹੁੰਦਾ ਜੀ, ਵੀ ਕਦੀ ਕੁਝ ਛਕ ਲਈਏ, ਕਦੀ ਕੁਝ ਛਕ ਲਈਏ। ਰਾਣੀ ਨੂੰ ਬੜਾ ਹੀ ਚਾਅ ਜੀ ਮਹਾਰਾਜ ਨੂੰ ਪ੍ਰਸ਼ਾਦ ਪਾਣੀ ਛਕਾਉਣ ਦਾ ਜੀ। ਰਾਜਾ ਵੀ ਬੜੇ ਚਾਅ ਨਾਲ ਬੇਨਤੀ ਕਰਦਾ ਸੱਚੇ ਪਾਤਸ਼ਾਹ ਜੀ ਨੂੰ। ਹਾਂਜੀ, ਸਨੇ ਸਨੇ ਅਚਵਾਏ ਆਹਾਰ। ਫਿਰ ਸਹਿਜੇ ਸਹਿਜੇ ਮਹਾਰਾਜ ਨੂੰ ਪ੍ਰਸ਼ਾਦਾ ਛਕਾਉਂਦੇ ਆ ਜੀ। ਕਦੀ ਕੁਝ ਲੈ ਆਉਂਦੇ ਆ, ਕਦੀ ਕੁਝ ਲੈ ਆਉਂਦੇ ਆ। ਹੁਣ ਮਹਾਰਾਜ ਆ ਛਕੋ, ਹੁਣ ਸੱਚੇ ਪਾਤਸ਼ਾਹ ਆ ਪਦਾਰਥ ਛਕੋ, ਸਹਿਜੇ ਸਹਿਜੇ ਜੀ।
ਹਾਂਜੀ। ਮਹਾਰਾਜ ਇਹ ਅਪਰ ਅਸਨ ਸ਼ੈ। ਫਿਰ ਮਹਾਰਾਜ ਆ ਸ਼ੈ ਤੇ ਬਹੁਤੀ ਵਧੀਆ ਹੈਗੀ, ਸ਼ੈ ਚੀਜ਼ ਮਹਾਰਾਜ ਆ ਵਸਤੂ ਤੇ ਬਹੁਤੀ ਵਧੀਆ ਹੈਗੀ ਆ। ਹਾਂਜੀ। ਲੀਜੈ ਸਵਾਦ ਕਰਿਓ ਹਿਤ ਧਾਰ। ਸੱਚੇ ਪਾਤਸ਼ਾਹ ਪ੍ਰੇਮ ਨਾਲ ਛਕ ਕੇ ਤੇ ਵੇਖੋ, ਚੱਖ ਕੇ ਤੇ ਵੇਖੋ, ਸਵਾਦ ਤੇ ਲਓ। ਹੁਣ ਵੇਖੋ ਮਹਾਰਾਜ ਸਵਾਦੂ ਨਹੀਂ ਹੈਗੇ ਜੀ, ਆਖੋ ਸ੍ਰੀ ਵਾਹਿਗੁਰੂ। ਮਹਾਰਾਜ ਤਾਂ ਰਸਾਂ ਕਸਾਂ ਤੋਂ ਬਹੁਤ ਉੱਚੇ ਹੈਗੇ ਆ, ਛੇਵੇਂ ਪਾਤਸ਼ਾਹ। ਪਰ ਗੱਲ ਕੀ ਜੀ, ਮਹਾਰਾਜ ਉਹਨਾਂ ਦਾ ਪਿਆਰ ਰੱਖ ਰਹੇ ਆ, ਉਹਨਾਂ ਦੀ ਭਾਵਨਾ ਪੂਰੀ ਕਰ ਰਹੇ ਆ ਜੀ। ਰਾਏ ਜੋਧ ਮਹਾਰਾਜ ਆ ਵਸਤੂ ਤੇ ਬਹੁਤੀ ਵਧੀਆ ਹੈਗੀ, ਕਿਰਪਾ ਕਰਕੇ ਥੋੜੀ ਜਿਹੀ ਛਕ ਲਓ। ਹਾਂਜੀ। ਇਮ ਕਹਿ ਨਏ ਨਏ ਧਰ ਆਗੇ। ਇਹ ਕਹਿ ਕੇ ਫਿਰ ਨਵਾਂ ਹੀ ਪਦਾਰਥ ਅੱਗੇ ਰੱਖ ਦੇਣ ਥਾਲ 'ਚ, ਫਿਰ ਨਵਾਂ ਹੀ ਪ੍ਰਸ਼ਾਦ ਅੱਗੇ ਰੱਖ ਦੇਣ ਥਾਲ ਵਿੱਚ। ਇਸ ਤਰੀਕੇ ਨਾਲ ਬੜੇ ਹੀ ਪਿਆਰ ਨਾਲ ਭੋਜਨ ਛਕਾ ਰਹੇ ਜੀ। ਵੇਖੋ ਛਕਾਉਣ ਵਾਲੇ ਦੇ ਅੰਦਰ ਸ਼ਰਧਾ ਹੋਵੇ, ਛਕਣ ਵਾਲਾ ਵੀ ਪ੍ਰੇਮ ਨਾਲ ਛਕਦਾ ਜੀ। ਤੇ ਛਕਾਉਣ ਵਾਲੇ ਦੇ ਅੰਦਰ ਚਾਅ ਹੋਵੇ ਤੇ ਛਕਣ ਵਾਲੇ ਦੇ ਮਨ ਤੇ ਵਧੀਆ ਅਸਰ ਹੁੰਦਾ ਜੀ। ਤੇ ਹੁਣ ਕਥਾ ਬੜੇ ਪ੍ਰੇਮ ਵਾਲੀ ਚੱਲ ਰਹੀ ਹੈ, ਤੇ ਜੋ ਘਰਾਂ ਦਾ ਮਾਹੌਲ ਹੈਗਾ ਉਹ ਮੈਂ ਨਾ ਹੀ ਦੱਸਾਂ ਤੇ ਚੰਗਾ ਜੀ। ਹਾਂਜੀ। ਉਹ ਘਰ ਵਾਲੇ ਨੇ ਆ ਕੇ ਪਾਣੀ ਮੰਗਿਆ। ਹਾਂਜੀ। ਤੀਜੇ ਮੰਜ਼ਿਲ ਤੇ ਘਰ ਹੀਗਾ, ਤੇ ਬੀਬੀ ਕਹਿਣ ਲੱਗੀ ਵੀ ਇੰਨੀ ਦੂਰੋਂ ਤੁਰ ਕੇ ਆ ਗਿਆ ਤਾਂ ਪਾਣੀ ਵੀ ਲੈ ਲਾ। ਹਾਂ, ਪਾਣੀ ਨਹੀਂ ਤੂੰ ਪੀ ਸਕਦਾ? ਤੇ ਉੱਥੇ ਪਾਣੀ ਪੀਤਾ ਕੀ ਕਰੇਗਾ ਜੀ। ਰਾਣੀ ਤੋਂ ਸਿੱਖਿਆ ਲਓ, ਸਭ ਜੀਆਂ 'ਚ ਵਾਹਿਗੁਰੂ ਹੈਗਾ ਜੀ। ਆਪਣੇ ਘਰ ਦੇ ਜੀਆਂ ਦੀ ਪ੍ਰੇਮ ਨਾਲ ਸੇਵਾ ਕਰੋ। ਭਾਈਆਂ ਨੂੰ ਵੀ ਬੇਨਤੀ ਵੀ ਤੁਸੀਂ ਵੀ ਆਪਣੇ ਘਰ ਦੇ ਜੀਆਂ ਦੀ ਸੇਵਾ ਪ੍ਰੇਮ ਨਾਲ ਕਰੋ। ਰਾਏ ਜੋਧ ਤੇ ਰਾਣੀ ਬੜੇ ਹੀ ਪ੍ਰੇਮ ਨਾਲ ਇਮ ਕਹਿ ਨਏ ਨਏ ਧਰ ਆ ਗਏ, ਨਵੇਂ ਨਵੇਂ ਪਦਾਰਥ ਹੀ ਮਹਾਰਾਜ ਅੱਗੇ ਰੱਖਣ ਜੀ। ਹਾਂਜੀ। ਕਰਹਿ ਰਿਝਾਵਨ ਗੁਰੂ ਉਦਾਰ। ਤੇ ਮਹਾਰਾਜ ਜੀ ਨੂੰ ਖੁਸ਼ ਕਰਨ ਦਾ ਯਤਨ ਕਰਦੇ ਆ ਵੀ ਮਹਾਰਾਜ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸਾਡੇ ਉੱਤੇ ਰੀਝ ਪੈਣ, ਸਾਡੇ ਤੇ ਕਿਰਪਾ ਕਰ ਦੇਣ। ਹਾਂਜੀ। ਤ੍ਰਿਪਤ ਭਾਏ ਸੁੰਦਰ ਜਲ ਸੀਤਲ। ਮਹਾਰਾਜ ਨੇ ਫਿਰ ਰੱਜ ਕੇ ਛਕਿਆ ਜੀ। ਹਾਂਜੀ। ਮਹਾਰਾਜ ਫਿਰ ਬੇਨਤੀ 'ਚ ਰਸਾਂ ਕਸਾਂ ਤੋਂ ਉੱਪਰ ਨੇ। ਇਹ ਤੇ ਚਲੋ ਉਹਨਾਂ ਦੀ ਭਾਵਨਾ ਪੂਰੀ ਕਰਨੀ ਮਹਾਰਾਜ ਨੇ। ਗੁਰੂ ਜੀ ਰੱਜ ਕੇ ਪ੍ਰਸ਼ਾਦ ਪਾਣੀ ਛਕਦੇ ਜੀ। ਹਾਂਜੀ। ਸਿੱਖ ਸੁਤਾਲੇ ਕਰ ਨਿਜ ਹਾਥ। ਤੇ ਸਿੱਖ ਸੁਤਾ ਲੈ ਕਰ ਨਿਜ ਹਾਥ। ਹਾਂਜੀ। ਦਿਓ ਪਾਨ ਕਰ ਵੇਕੋ ਤਿਸ ਛਿਨ। ਉਸ ਸਮੇਂ ਫਿਰ ਠੰਡਾ ਜਲ ਛਕਿਆ ਮਹਾਰਾਜ ਨੇ ਜੀ। ਰੁੱਖੀ ਸੁੱਖੀ ਖਾਏ ਕਾ ਠੰਡਾ ਪਾਣੀ ਪੀਓ। ਇਹਨਾਂ ਤੇ ਛਕਾਇਆ ਵੀ ਬੜਾ ਵਧੀਆ ਜੀ। ਹਾਂਜੀ। ਤੇ ਗਰਮੀਆਂ ਦੇ ਦਿਨ ਸੀਗੇ ਜੀ, ਠੰਡਾ ਜਲ ਮਹਾਰਾਜ ਨੂੰ ਛਕਾਇਆ ਜੀ। ਦਿਓ ਪਾਨ ਕਰਬੇ ਕੋ ਤਿਸ ਛਿਨ ਲੈ ਕਰ ਪੀਵਤ ਭੇ ਜਗਨਾਥ। ਮਹਾਰਾਜ ਜੀ ਨੇ ਫਿਰ ਜਲ ਛਕਿਆ ਜੀ। ਹਾਂਜੀ। ਕਰਿਓ ਚੁਰਾ ਅਰ ਪਾਨ ਪਖਾਰੇ। ਫਿਰ ਮਹਾਰਾਜ ਜੀ ਨੇ ਚੁਲਾ ਕੀਤਾ ਜੀ, ਫਿਰ ਹੱਥ ਧੋਤੇ ਜੀ ਆਪਣੇ। ਹਾਂਜੀ। ਪ੍ਰੇਮ ਪਰਖ ਲਖ ਸ਼ਰਧਾ ਸਾਥ। ਮਹਾਰਾਜ ਪ੍ਰੇਮ ਵੇਖਣ ਦੇ ਆ, ਸ਼ਰਧਾ ਵੇਖਣ ਦੇ ਆ ਜੀ। ਹਾਂਜੀ। ਜਿੱਥੇ ਪ੍ਰੇਮ ਹੈਗਾ, ਤੁਸੀਂ ਸਾਖੀ ਸੁਣੀ ਭਾਈ ਰੂਪੇ ਦੀ ਜੀ, ਉਹ ਪੱਤੇ ਦੇ ਡੂਨੇ 'ਚ ਹੀ ਪਾਣੀ ਪਿਆਇਆ ਮਹਾਰਾਜ ਨੂੰ ਜੀ। ਹਾਂਜੀ। ਬਰ ਕੋ ਦੇਤ ਭਏ ਸ਼੍ਰੀ ਜਗ ਗੁਰ। ਗਰੀਬ ਨਵਾਜ ਹੁਣ ਫਿਰ ਵਰ ਦੇਣ ਲੱਗੇ ਜੀ ਉਹਨਾਂ ਨੂੰ, ਵਰਾਂ ਦੀਆਂ ਝੜੀਆਂ ਲਾਉਣ ਲੱਗੇ ਜੀ ਉਹਨਾਂ ਦੇ ਉੱਤੇ। ਹਾਂਜੀ। ਜਬ ਦੰਪਤ ਪਦ ਧਾਰਿਓ ਮਾਥ। ਗਰੀਬ ਨਵਾਜ ਮਹਾਰਾਜ ਜੀ ਨੇ ਵੇਖਿਆ, ਪ੍ਰਸ਼ਾਦ ਪਾਣੀ ਛਕਾ ਕੇ ਦੋਵਾਂ ਨੇ ਮੱਥਾ ਟੇਕਿਆ ਜੀ। ਆਖੋ ਸ੍ਰੀ ਵਾਹਿਗੁਰੂ। ਹੁਣ ਬਾਰ-ਬਾਰ ਮੱਥਾ ਟੇਕਣ ਦੀ ਕੀ ਲੋੜ ਹੈਗੀ ਜੀ? ਕੋਈ ਬੰਦਾ ਕਹਿ ਸਕਦਾ ਵੀ ਜਦੋਂ ਮਹਾਰਾਜ ਘਰ ਆਏ ਉਦੋਂ ਵੀ ਮੱਥਾ ਟੇਕਿਆ, ਫਿਰ ਚਰਨ ਧੋਤੇ, ਫਿਰ ਉਹ ਜਲ ਛਕਿਆ, ਹੁਣ ਪ੍ਰਸ਼ਾਦਾ ਛਕਿਆ ਤੇ ਫਿਰ ਮੱਥਾ ਟੇਕਣ ਦੇ ਮਹਾਰਾਜ ਨੂੰ? ਚੇਤਾ ਰੱਖਿਓ, ਬਾਰ-ਬਾਰ ਮੱਥਾ ਟੇਕਣਾ ਇਹ ਵੀ ਭਗਤੀ ਹੈਗੀ ਹੈ ਜੀ। ਹਾਂਜੀ। ਮਹਾਰਾਜ ਬਾਣੀ 'ਚ ਨਹੀਂ ਕਹਿੰਦੇ ਨਮਸਕਾਰ ਤਾਂ ਕੋ ਲੱਖ ਬਾਰ, ਇਹੋ ਮਨ ਦੀਜੈ ਤਾਂ ਕੋ ਵਾਰ। ਬਾਰ-ਬਾਰ ਮੱਥਾ ਟੇਕਦੇ ਜੀ। ਰਾਏ ਜੋਧ ਤੇ ਰਾਣੀ ਨੇ ਫਿਰ ਮੱਥਾ ਟੇਕਿਆ ਮਹਾਰਾਜ ਨੂੰ। ਹਾਂਜੀ। ਤੁਮਰੇ ਔਰ ਗੁਰਮਤਿ ਹੋਏ ਪ੍ਰਾਪਤ। ਹੁਣ ਮਹਾਰਾਜ ਫਿਰ ਬਖਸ਼ਿਸ਼ਾਂ ਕਰਦੇ। ਆਖੋ ਸ੍ਰੀ ਵਾਹਿਗੁਰੂ। ਮਹਾਰਾਜ ਪਤਾ ਕੀ ਕਹਿੰਦੇ?
ਮਹਾਰਾਜ ਕਹਿੰਦੇ ਤੁਹਾਡੇ ਹਿਰਦੇ 'ਚ ਗੁਰੂ ਦੀ ਮੱਤ ਟਿਕ ਜਾਵੇ। ਕਿੰਨੀ ਵੱਡੀ ਗੱਲ ਜੀ। ਇੰਨੀ ਗੱਲ ਕਹਿਣ ਨਾਲ ਹੀ ਸਭ ਕੁਝ ਮਿਲ ਜਾਂਦਾ ਜੀ। ਜਿਨ੍ਹਾਂ ਦੇ ਮਨ ਵਿੱਚ ਗੁਰੂ ਦੀ ਮੱਤ ਹੀ ਟਿਕ ਗਈ ਜੀ, ਭਜਨ ਬੰਦਗੀ ਸੇਵਾ ਸਿਮਰਨ ਸ਼ੁਭ ਗੁਣ ਟਿਕ ਗਏ, ਉੱਥੇ ਕੁਝ ਪਿੱਛੇ ਰਹਿ ਗਿਆ ਜੀ। ਮਹਾਰਾਜ ਦੋਵਾਂ ਨੂੰ ਕਹਿਣ ਲੱਗੇ ਤੁਹਾਡੇ ਮਨ ਵਿੱਚ ਗੁਰੂ ਦੀ ਮੱਤ ਪ੍ਰਾਪਤ ਹੋਵੇ, ਤੁਹਾਨੂੰ ਗੁਰਮਤਿ ਪ੍ਰਾਪਤ ਹੋਵੇ। ਤੇ ਗੁਰਮਤਿ ਕੀ ਹੈ? ਅੱਗੇ ਵੀ ਇੱਕ ਵਾਰੀ ਬੇਨਤੀ ਕੀਤੀ ਸੀਗੀ। ਮਹਾਰਾਜ ਕਲਗੀਧਰ ਜੀ ਨੂੰ ਪੁੱਛਿਆ ਸੀ ਸਿੱਖਾਂ ਗੁਰਮਤਿ ਕੀ ਹੈ? ਮਹਾਰਾਜ ਥੋੜ੍ਹੇ ਸ਼ਬਦਾਂ 'ਚ ਦੱਸ ਦਿਓ। ਮਹਾਰਾਜ ਕਹਿਣ ਲੱਗੇ ਮੁਖ ਵਿੱਚ ਨਾਮ, ਹਿਰਦੇ 'ਚ ਧਿਆਨ ਤੇ ਮੋਹ ਰਹਿਤ ਜੀਵਨ, ਇਹ ਗੁਰਮਤਿ ਹੈਗੀ ਹੈ। ਸਦਾ ਮੂੰਹ ਵਿੱਚ ਵਾਹਿਗੁਰੂ ਦਾ ਨਾਮ ਹੋਵੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਹਿਰਦੇ 'ਚ ਸਦਾ ਹੀ ਧਿਆਨ ਜੁੜਿਆ ਹੋਵੇ ਪਰਮੇਸ਼ਰ ਨਾਲ, ਤੇ ਮੋਹ ਰਹਿਤ ਜੀਵਨ ਹੋਵੇ, ਕਿਸੇ ਚੀਜ਼ ਨਾਲ ਮੋਹ ਨਾ ਹੋਵੇ, ਇਹ ਗੁਰਮਤਿ ਹੈਗੀ ਹੈ। ਮਹਾਰਾਜ ਦੋਵਾਂ ਜੀਆਂ ਨੂੰ ਕਹਿਣ ਲੱਗੇ ਤੁਹਾਨੂੰ ਗੁਰਮਤਿ ਦੀ ਪ੍ਰਾਪਤੀ ਹੋਵੇ, ਕਹਿਣ ਲੱਗੇ ਹਾਂਜੀ। ਹਮ ਪ੍ਰਲੋਕ ਮੈਂ ਬਣੇ ਸਹਾਏ। ਤੇ ਨਾਲ ਹੀ ਮਹਾਰਾਜ ਕਹਿਣ ਲੱਗੇ, ਮਹਾਰਾਜ ਕਹਿੰਦੇ ਡਰਨਾ ਨਹੀਂ, ਘਬਰਾਉਣਾ ਨਹੀਂ, ਅਸੀਂ ਇੱਥੇ ਵੀ ਤੁਹਾਡੇ ਰਾਖੇ ਤੇ ਅੱਗੇ ਵੀ ਤੁਹਾਡੇ ਰਾਖੇ ਹੈਗੇ ਆ। ਹੁਣ ਜਿਨ੍ਹਾਂ ਨੂੰ ਮੁੱਖੋਂ ਕਹਿੰਦੇ ਜੀ, ਇੱਕ ਹੈ ਅਰਦਾਸਾਂ ਕਰਨੀਆਂ, ਮਹਾਰਾਜ ਲੋਕ ਪਰਲੋਕ ਵਿੱਚ ਸਾਡੀ ਰਾਖੀ ਕਰਿਓ। ਹਾਂਜੀ, ਇੱਕ ਗੁਰੂ ਜੀ ਆਪ ਹੀ ਕਹਿੰਦੇ ਆ, ਕਿੰਨੀ ਵੱਡੀ ਕਿਰਪਾ ਵਾਲੀ ਗੱਲ ਹੈਗੀ ਆ ਜੀ। ਹਾਂਜੀ, ਭਗਤ ਗਿਆਨ ਅਭਿਆਸੋ ਦੰਪਤ। ਮਹਾਰਾਜ ਕਹਿਣ ਲੱਗੇ ਦੋਵੇਂ ਜੀ ਭਗਤੀ ਦਾ ਤੇ ਗਿਆਨ ਦਾ ਅਭਿਆਸ ਕਰਿਆ ਕਰੋ। ਆਖੋ ਸ੍ਰੀ ਵਾਹਿਗੁਰੂ। ਸ੍ਰੀ ਵਾਹਿਗੁਰੂ। ਭਗਤੀ ਦਾ ਤੇ ਗਿਆਨ ਦਾ ਅਭਿਆਸ ਕੀ ਹੁੰਦਾ? ਭਗਤੀ ਕਰਨੀ, ਪਰਮੇਸ਼ਰ ਦਾ ਨਾਮ ਜਪਣਾ। ਘਰ ਵਾਲਾ ਬਹਿ ਜੇ, ਉਹ ਅੱਗੇ ਬੋਲੇ ਵਾਹਿਗੁਰੂ, ਤੇ ਬੇਬੀ ਮਗਰ ਮਗਰ ਬੋਲੇ ਵਾਹਿਗੁਰੂ। ਇੱਕ ਵਾਰੀ ਬੋਲੀਏ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਐਦਾਂ ਭਗਤੀ ਦਾ ਅਭਿਆਸ। ਤੇ ਗਿਆਨ ਦਾ ਅਭਿਆਸ ਕੀ ਜੀ? ਸਭ ਪਰਮੇਸ਼ਰ ਹੀ ਹੈਗਾ ਜੀ। ਗਿਆਨ ਦਾ ਅਭਿਆਸ ਕਰਨਾ, ਜਦੋਂ ਭਗਤੀ ਕਰਨ ਲੱਗ ਪਵੇ ਫਿਰ ਗਿਆਨ ਆਪੇ ਹੀ ਆ ਜਾਂਦਾ ਜੀ। ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਮਹਾਰਾਜ ਕਹਿੰਦੇ ਦੋਵੇਂ ਜੀ ਭਗਤੀ ਦਾ ਤੇ ਗਿਆਨ ਦਾ ਅਭਿਆਸ ਕਰਿਆ ਕਰੋ, ਪ੍ਰੈਕਟਿਸ ਕਰਿਆ ਕਰੋ। ਚੇਤਾ ਰੱਖਿਓ ਗੁਰੂ ਘਰ ਕਿਰਪਾ ਦੇ ਉੱਤੇ ਖਲੋਤਾ ਜੀ, ਗੁਰਮਤਿ ਕਿਰਪਾ ਉੱਤੇ ਖਲੋਤੀ ਹੈ ਜੀ। ਮੇਨ ਗੱਲ ਕਿਰਪਾ ਹੀ ਹੈ, ਪਰ ਕਿਰਪਾ ਇੱਕ ਸਕਸੈਸ ਹੈ ਜੀ। ਪਰ ਸਕਸੈਸ ਵਾਸਤੇ ਪ੍ਰੈਕਟਿਸ ਵੀ ਕਰਨੀ ਪੈਂਦੀ ਹੈ ਜੀ, ਮਿਹਨਤ ਵੀ ਕਰਨੀ ਪੈਣੀ, ਰਿਹਰਸਲ ਵੀ ਕਰਨੀ ਪੈਣੀ। ਜਿੰਨੇ ਚੰਗਾ ਪਲੇਅਰ ਬਣਨਾ ਹੋਵੇ ਨਾ ਜੀ, ਉਹ ਰਿਹਰਸਲ ਬਹੁਤ ਕਰਦਾ ਜੀ। ਰਿਹਰਸਲ ਕਰਦਾ, ਬਾਰ-ਬਾਰ ਖੇਡਦਾ, ਬਾਰ-ਬਾਰ ਰਿਹਰਸਲ ਕਰਦਾ। ਤੇ ਜੇ ਰੱਬ ਦੇ ਘਰ 'ਚ ਕਾਮਯਾਬੀ ਪ੍ਰਾਪਤ ਕਰਨੀ ਹੈ ਨਾ, ਇਹਦੇ ਵਾਸਤੇ ਵੀ ਰਿਹਰਸਲ ਕਰਨੀ ਪੈਣੀ ਹੈ, ਇਹਦੇ ਵਾਸਤੇ ਵੀ ਪ੍ਰੈਕਟਿਸ ਕਰਨੀ ਪੈਣੀ ਹੈ। ਪ੍ਰੈਕਟਿਸ ਕੀ ਹੈ? ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਪ੍ਰੈਕਟਿਸ ਵੀ ਕਰਨੀ ਪੈਣੀ ਜੀ, ਅਭਿਆਸ ਵੀ ਕਰਨਾ ਪੈਣਾ ਜੀ। ਕੋਈ ਵੀ ਕੰਮ ਹੈ ਪ੍ਰੈਕਟਿਸ ਦੇ ਸਿਰ ਤੇ ਸਿਰ ਚੜਦਾ ਨਾ ਜੀ। ਬੰਦਾ ਪ੍ਰੈਕਟਿਸ ਕਰਨ ਦਾ ਯਤਨ ਕਰੇ, ਮਿਹਰ ਗੁਰੂ ਜੀ ਨੇ ਕਰਨੀ ਹੈ ਜੀ। ਭਗਤ ਗਿਆਨ ਅਭਿਆਸੋ ਦੰਪਤ, ਛੇਵੇਂ ਪਾਤਸ਼ਾਹ ਕਹਿੰਦੇ ਦੋਵੇਂ ਜੀ ਭਗਤੀ ਦਾ ਅਭਿਆਸ ਕਰਿਆ ਕਰੋ, ਗਿਆਨ ਦਾ ਵੀ ਅਭਿਆਸ ਕਰਿਆ ਕਰੋ। ਹਾਂਜੀ, ਸਤਨਾਮ ਸਤਨਾਮ ਸਿਮਰੋ ਲਿਵ ਲਾਏ। ਲਿਵ ਲਾ ਕੇ ਪਰਮੇਸ਼ਰ ਦਾ ਸੱਚਾ ਨਾਮ ਜਪਿਆ ਕਰੋ। ਲਿਵ ਲਾ ਕੇ ਭਾਵ ਜੁੜ ਕੇ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ। ਛੇਵੇਂ ਪਾਤਸ਼ਾਹ ਕਹਿੰਦੇ ਲਿਵ ਲਾ ਕੇ ਜਪਿਆ ਕਰੋ। ਹਾਂਜੀ, ਪ੍ਰਭ ਭਾਣੈ ਮੈਂ ਹਰਖੋ ਹਿਤ ਧਰ। ਫਿਰ ਪਿਆਰ ਨਾਲ ਰੱਬ ਦਾ ਭਾਣਾ ਵੀ ਮੰਨਣਾ ਕਹਿੰਦੇ। ਨਾਮ ਜਪਣ ਵਾਲਾ ਬੰਦਾ ਭਾਣੇ ਵਿੱਚ ਵੀ ਦਖਲ ਅੰਦਾਜ਼ੀ ਦੇਣ ਲੱਗ ਪਵੇ ਤਾਂ ਉਹਦੀ ਤਰੱਕੀ ਰੁਕ ਜਾਂਦੀ ਹੈ। ਭਾਣੇ ਨੂੰ ਪ੍ਰੇਮ ਨਾਲ ਮੰਨਣਾ ਕਹਿੰਦੇ। ਹਾਂਜੀ, ਹਉਮੈ ਤਿਆਗੋ ਮਿਥਿਆ ਪਾਏ। ਇਹ ਹਉਮੈ ਝੂਠੀ ਹੈਗੀ ਹੈ, ਸਦਾ ਨਹੀਂ ਰਹਿਣ ਵਾਲੀ। ਇਹਨੂੰ ਛੱਡਣ ਦਾ ਯਤਨ ਕਰਨਾ ਮਹਾਰਾਜ ਕਹਿੰਦੇ। ਹਾਂਜੀ, ਅਨਹੋਵਤ ਹੀ ਉਪਜੀ ਹੈ ਮਹਿ। ਅਨਹੋਵਤ ਹੀ ਹੁਪਜੀ ਹੀ ਮੈਂ ਹੀ ਹੈ ਮੈਂ। ਮਹਾਰਾਜ ਕਹਿੰਦੇ ਇਹ ਅਨਹੋਵਤ ਹੀ ਹੈਗੀ ਹੈ, ਹੋਣੀ ਨਹੀਂ ਚਾਹੀਦੀ। ਬੰਦਾ ਨਹੀਂ ਕਹਿੰਦਾ ਆਪੇ ਹੀ ਆ ਜਾਂਦੀ ਜੀ। ਜਿਵੇਂ ਨਦੀਨ ਆਪੇ ਹੀ ਉੱਗ ਪੈਂਦੇ ਆ ਨਾ, ਹਉਮੈ ਆਪੇ ਹੀ ਆ ਜਾਂਦੀ। ਮਹਾਰਾਜ ਕਹਿੰਦੇ ਇਹ ਲਿਆਉਣੀ ਨਹੀਂ ਪੈਂਦੀ ਬਾਹਰੋਂ। ਹਉਮੈ ਨੂੰ ਬਾਹਰੋਂ ਖਰੀਦਣਾ ਨਹੀਂ ਪੈਂਦਾ, ਆਪੇ ਹੀ ਆ ਜਾਂਦੀ ਅੰਦਰ। ਹਾਂਜੀ, ਲਖੋ ਸਰੂਪ ਜੋ ਸਹਿਜ ਸੁਭਾਏ। ਮਹਾਰਾਜ ਗਰੀਬ ਨਵਾਜ ਕਹਿਣ ਲੱਗੇ ਇਹਨੂੰ ਛੱਡ ਕੇ ਅਸਲੀ ਰੂਪ ਨੂੰ ਜਾਣਨਾ। ਵੇਖ ਲਓ, ਆਤਮ ਅਭਿਆਸ ਦੀ ਸਿੱਖਿਆ ਮਹਾਰਾਜ ਦੇ ਰਹੇ ਉਹਨਾਂ ਨੂੰ, ਆਤਮ ਅਭਿਆਸ ਦੀ। ਹਾਂਜੀ ਹਾਂਜੀ ਉਤੋ ਭੂਤ ਜੋ ਰਹਿ ਭਵਿਖ ਸਤ। ਹਾਂਜੀ, ਚੇਤਨ ਆਨੰਦ ਪ੍ਰਮਾਨ। ਮਹਾਰਾਜ ਕਹਿਣ ਲੱਗੇ ਉਹ ਪਰਮੇਸ਼ਰ ਜੋ ਪਹਿਲਾਂ ਵੀ ਸੀ, ਭੂਤ ਜੋ ਪਹਿਲੇ ਸਮੇਂ 'ਚ ਸੀ, ਭਵਿੱਖ ਆਉਣ ਵਾਲੇ ਸਮੇਂ 'ਚ ਵੀ ਜਿਹੜਾ ਰਹੇਗਾ, ਤੇ ਜੋ ਹੁਣ ਵੀ ਹੈ, ਉਹਨੂੰ ਸੱਚ ਸਮਝਣਾ। ਮਹਾਰਾਜ ਕਹਿੰਦੇ। ਹਾਂਜੀ, ਸੋ ਸਰੂਪ ਤੁਮ ਆਪਣੋ ਜਾਨੋ। ਉਸੇ ਪਰਮੇਸ਼ਰ ਦਾ ਤੁਸੀਂ ਵੀ ਸਰੂਪ ਹੈਗੇ ਹੋ। ਹਾਂਜੀ, ਨਹਿ ਉਪਜੈ ਨਹਿ ਹੋਵਤ ਹਾਨ। ਮਹਾਰਾਜ ਕਹਿੰਦੇ ਜਿਹੜਾ ਨਾ ਉਪਜਦਾ ਤੇ ਨਾ ਬਿਨਸਦਾ, ਇੱਕ ਰਸ ਰਹਿੰਦਾ। ਮਹਾਰਾਜ ਕਹਿਣ ਲੱਗੇ ਇਸ ਕਰਕੇ ਮਨ ਸਥਿਰ ਰੱਖਣਾ ਦੋਵਾਂ ਨੇ। ਮਨ ਸਥਿਰ ਰੱਖ ਕੇ ਭਗਤੀ ਕਰਨੀ ਹੈ, ਭਜਨ ਕਰਨਾ ਹੈ, ਸਿਮਰਨ ਕਰਨਾ ਹੈ। ਹਾਂਜੀ, ਦੋਹਰਾ ਸੁਨਤ ਜੋਦ ਕਹਿ ਜੋਰ ਕਰ। ਲਖੋ ਆਪਣੇ ਦਾਸ। ਹੁਣ ਗੁਰੂ ਜੀ ਨੇ ਤੇ ਉਪਦੇਸ਼ ਦੇ ਦਿੱਤਾ ਜੀ, ਪਰ ਰਾਏ ਜੋਧ ਬੜਾ ਸਿਆਣਾ ਹੈਗਾ ਜੀ। ਉਹਦੀ ਵੀ ਜਨਮਾਂ ਜਨਮਾਂ ਦੀ ਭਗਤੀ ਹੈ, ਤਾਈਓ ਤੇ ਸਤਿਗੁਰੂ ਜੀ ਦੇ ਨਾਲ ਇੰਨੀ ਨੇੜਤਾ ਬਣੀ ਜੀ ਉਹਦੀ। ਰਾਏ ਜੋਧ ਬੜਾ ਸਿਆਣਾ। ਮਹਾਰਾਜ ਨੇ ਜਦੋਂ ਉਪਦੇਸ਼ ਦਿੱਤਾ ਨਾ, ਤੇ ਰਾਏ ਜੋਧ ਨੇ ਹੱਥ ਜੋੜ ਲਏ ਜੀ। ਤੁਸੀਂ ਵੀ ਜੋੜੋ। ਰਾਏ ਜੋਧ ਕਹਿੰਦਾ ਮਹਾਰਾਜ ਸਾਨੂੰ ਨਾ ਆਪਣਾ ਨੌਕਰ ਸਮਝੋ, ਆਪਣਾ ਨੌਕਰ ਸਮਝੋ ਸਾਨੂੰ।
ਅਸੀਂ ਨੌਕਰ ਹੈਗੇ ਆ ਤੁਹਾਡੇ। ਹਾਂਜੀ। ਰਖੋ ਲਾਜ ਨਿਜ ਨਾਮ ਕੀ, ਕੀਜੈ ਸੁਮਤ ਪ੍ਰਕਾਸ਼। ਇਹ ਜੋ ਤੁਸੀਂ ਸਾਨੂੰ ਕਿਹਾ ਨਾ, ਆਪੇ ਹੀ ਸਾਡੇ ਕੋਲੋਂ ਕਰਾ ਵੀ ਲਿਓ, ਅਭਿਆਸ ਕਰਾ ਵੀ ਲਿਓ। ਨਾਮ ਅੰਦਰ ਪ੍ਰਕਾਸ਼ ਆਪੇ ਹੀ ਕਰ ਦਿਓ। ਮਹਾਰਾਜ ਸਾਡੇ ਵੱਸ ਦੀ ਗੱਲ ਨਹੀਂ ਹੈਗੀ। ਤੇ ਆਪਾਂ ਵੀ ਅਰਦਾਸ ਕਰੀਏ, ਮਹਾਰਾਜ ਸਾਡੇ ਤੇ ਕਿਰਪਾ ਕਰੋ ਤੇ ਨਾਮ ਜਪਾ ਵੀ ਲਓ। ਸਾਡੇ ਕੋਲ ਆਪ ਨਾਮ ਜਪਾ ਲਓ ਆਪਣਾ। ਹਾਂਜੀ। ਪ੍ਰਾਤ ਹੋਤ ਤਿਆਰੀ ਕਰਹੁ, ਰੁਚੈ ਨ ਤਜਬੋ ਸਾਥ। ਤੇ ਮਹਾਰਾਜ ਮੈਨੂੰ ਪਤਾ ਲੱਗਾ ਸਵੇਰੇ ਤੁਸੀਂ ਤਿਆਰੀ ਕਰ ਲੈਣੀ ਇੱਥੋਂ ਜਾਣਾ, ਤੇ ਮੇਰੇ ਤੇ ਮਿਹਰ ਕਰੋ ਤੇ ਮੇਰਾ ਜੀ ਕਰਦਾ ਤੁਹਾਡੇ ਨਾਲ ਹੀ ਰਵਾਂ। ਵੇਖੋ ਮਿਹਰ ਦੀ ਗੱਲ ਹੈਗੀ ਹੈ ਨਾ। ਰਾਏ ਜੋਧ ਕੋਲ ਰਾਜ ਭਾਗ ਹੈਗਾ, ਪਰ ਰਾਏ ਜੋਧ ਕਹਿੰਦਾ ਮੈਂ ਰਾਜ ਭਾਗ ਨਹੀਂ ਲੈਣਾ, ਮੈਂ ਤੁਹਾਡੇ ਨਾਲ ਰਹਿਣਾ ਹੈਗਾ। ਹਾਂਜੀ। ਦਰਸ਼ਨ ਤੇ ਆਨੰਦ ਹੋਏ, ਲਿਹੋ ਸੰਗ ਮੁਝ ਨਾਥ। ਮੈਨੂੰ ਤੁਹਾਡੇ ਦਰਸ਼ਨ ਕਰਨ ਨਾਲ ਹੀ ਆਨੰਦ ਪ੍ਰਾਪਤ ਹੁੰਦਾ। ਕਿਰਪਾ ਕਰੋ ਜਿੱਥੇ ਵੀ ਜਾਣਾ ਮੈਨੂੰ ਆਪਣੇ ਨਾਲ ਹੀ ਲੈ ਕੇ ਜਾਓ। ਹਾਂਜੀ। ਪੁਨ ਪ੍ਰਸੰਨ ਹਵੈ ਸਤਿਗੁਰੂ, ਕਿਰਪਾ ਰਸੀਲੇ ਨੈਣ। ਪੁਨ ਪ੍ਰਸੰਨ ਹੋਇਆ ਸਤਿਗੁਰੂ, ਮਹਾਰਾਜ ਫਿਰ ਉਹਦੇ ਤੇ ਖੁਸ਼ ਹੋਏ ਜੀ। ਵੀ ਰਾਜੇ ਜੋਧ ਨੇ ਜਦੋਂ ਕਿਹਾ ਜੋ ਵੀ ਅਸੀਂ ਨਾਲ ਹੀ ਜਾਣਾ ਚਾਹੁੰਦੇ ਤੁਹਾਡੇ, ਮਹਾਰਾਜ ਮਿਹਰ ਦੇ ਘਰ ਵਿੱਚ ਆਏ। ਇਕ ਦੰਪਤ ਕੇ ਭਾਵ ਕੋ, ਕਹਿਤ ਸੋ ਮੁਖ ਤੇ ਬੈਨ। ਦੋਵਾਂ ਜੀਆਂ ਦੀ ਸ਼ਰਧਾ ਨੂੰ ਵੇਖ ਕੇ ਨਾ ਮਹਾਰਾਜ ਆਪਣੇ ਮੁਖੋਂ ਬਚਨ ਕਰਦੇ ਆ। ਹਾਂਜੀ। ਅਬ ਤੁਮ ਕਾਂਗੜ ਪੁਰ ਬਸਹੁ, ਹਿਰਦੈ ਧਾਰ ਗੁਰ ਧਿਆਨ। ਮਹਾਰਾਜ ਕਹਿੰਦੇ ਨਹੀਂ ਰਾਏ ਜੋਧ, ਹੁਣ ਤੂੰ ਸਾਡੇ ਨਾਲ ਨਹੀਂ ਜਾਣਾ। ਪਰਮੇਸ਼ਰ ਨੇ ਤੇਰੀ ਸੇਵਾ ਲਾਈ ਕਾਂਗੜਪੁਰ ਦੀ, ਹੁਣ ਤੂੰ ਕਾਂਗੜਪੁਰ ਵਿੱਚ ਰਹਿ। ਬਸ ਇਹ ਹੈ ਹਿਰਦੇ ਧਾਰ ਗੁਰ ਧਿਆਨ, ਹਿਰਦੇ ਵਿੱਚ ਧਿਆਨ ਧਾਰੀ ਰੱਖੀ ਸਾਡਾ ਕਹਿੰਦੇ। ਹਾਂਜੀ। ਸਤਨਾਮ ਸਿਮਰਨ ਕਰੋ, ਤੇ ਸਤਨਾਮ ਸ੍ਰੀ ਇਹਦਾ ਸਿਮਰਨ ਕਰਿਆ ਕਰੀ ਆਪਣੀ ਰਿਆਸਤ ਵਿੱਚ ਰਹਿ ਕੇ। ਦੋਹੇ ਲੋਕਨ ਕਲਿਆਣ। ਤੇਰਾ ਦੋਵਾਂ ਲੋਕਾਂ ਵਿੱਚ ਭਲਾ ਹੋਏਗਾ, ਹਰ ਪਾਸੇ ਤੇਰਾ ਭਲਾ ਹੋਏਗਾ, ਤੇਰੇ ਤੇ ਕਿਰਪਾ ਹੋ ਜਾਏਗੀ। ਹਾਂਜੀ। ਪੁਨ ਹਮ ਪਠੈ ਹਕਾਰ ਜਬ, ਕੈ ਦਿਨ ਕਿਤਕ ਬਤਾਏ। ਪਰ ਰਾਏ ਜੋਧ ਦਾ ਕਿੱਥੋਂ ਜੀ ਕਰਦਾ ਸੀਗਾ ਜੀ? ਰਾਏ ਜੋਧ ਦਾ ਜੀ ਕਰਦਾ ਸੀ ਮੈਂ ਨਾਲ ਹੀ ਰਵਾਂ। ਮਹਾਰਾਜ ਉਹਦੇ ਮਨ ਦੀ ਭਾਵਨਾ ਨੂੰ ਵੇਖ ਕੇ ਕਹਿਣ ਲੱਗੇ, ਰਾਏ ਜੋਧ ਥੋੜੇ ਦਿਨਾਂ ਬਾਅਦ ਤੈਨੂੰ ਸੱਦ ਲਵਾਂਗੇ, ਕਹਿੰਦੇ ਕੁਝ ਸਮਾਂ ਘਰ ਰਹਿ ਹੋਣਾ। ਹਾਂਜੀ। ਮਿਲਹੁ ਆਨ ਆਨੰਦ ਸੋ, ਹੋਏ ਡੇਰਾ ਜਿਸ ਥਾਏ। ਮਿਲਹੁ ਆਨ ਆਨੰਦ ਸੋ, ਫਿਰ ਆਨੰਦ ਨਾਲ ਆ ਕੇ ਸਾਨੂੰ ਮਿਲੀ। ਮਹਾਰਾਜ ਕਹਿੰਦੇ ਜਿੱਥੇ ਸਾਡਾ ਡੇਰਾ ਹੋਏਗਾ ਉੱਥੇ ਸੱਦ ਲਾਂਗੇ ਤੈਨੂੰ, ਤੂੰ ਉੱਥੇ ਆ ਜੀ। ਹੁਣ ਸੰਗਤ ਜੀ ਕਿੰਨਾ ਪਿਆਰ ਹੋਏਗਾ। ਰਾਏ ਜੋਧ ਦਾ ਜੀ ਨਹੀਂ ਕਰਦਾ ਆਪਣੇ ਘਰ ਰਹਿਣ ਨੂੰ ਜੀ। ਹਾਂਜੀ। ਬਹੁਰ ਜੋਧ ਕੀ ਭਾਰ ਜਾ, ਬੋਲੀ ਬਿਨੈ ਸਮੇਤ। ਤੇ ਰਾਏ ਜੋਧ ਦੀ ਘਰ ਵਾਲੀ, ਉਹਦੀ ਪਤਨੀ, ਫਿਰ ਉਹ ਬੇਨਤੀ ਕਰਨ ਲੱਗੀ ਮਹਾਰਾਜ ਨੂੰ, ਰਾਵਰ ਭੀ ਇਸ ਦੇਸ਼ ਮਹਿ, ਆਵਹੁ ਕਬਹਿ ਨਿਕੇਤ। ਮਹਾਰਾਜ ਫਿਰ ਕਦੋਂ ਆਓਗੇ ਇਸ ਪਾਸੇ? ਆਖੋ ਸ੍ਰੀ ਵਾਹਿਗੁਰੂ। ਸ਼੍ਰੀ ਵਾਹਿਗੁਰੂ। ਫਿਰ ਕਦੋਂ ਆਓਗੇ ਇਸ ਪਾਸੇ? ਕਿਰਪਾ ਕਰਕੇ ਦੱਸ ਜਾਓ। ਹਾਂਜੀ। ਪੁੰਨ ਸ਼੍ਰੀ ਹਰ ਗੋਬਿੰਦ ਕਹਿਓ, ਰੂਪ ਅਪਰ ਕੋ ਧਾਰ। ਮਹਾਰਾਜ ਕਹਿਣ ਲੱਗੇ ਕੋਈ ਨਹੀਂ, ਪੁੰਨ ਸ੍ਰੀ ਹਰਗੋਬਿੰਦ ਕਹਿਓ। ਫਿਰ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਰਾਣੀ ਇਸ ਰੂਪ ਵਿੱਚ ਤਾਂ ਨਹੀਂ ਇੱਥੇ ਆਉਣਾ। ਮਹਾਰਾਜ ਕਹਿਣ ਲੱਗੇ ਇਸ ਰੂਪ ਵਿੱਚ ਨਹੀਂ ਇੱਥੇ ਆਉਣਾ, ਰੂਪ ਅਪਰ ਕੋ ਧਾਰ। ਜਿਹੜੇ ਰੂਪ 'ਚ ਆਵਾਂਗੇ ਨਾ ਉਹ ਸਾਡਾ ਦੂਜਾ ਰੂਪ ਹੋਏਗਾ, ਇਹ ਰੂਪ ਨਹੀਂ ਹੋਏਗਾ। ਹਾਂਜੀ। ਤੋ ਸੰਤਨ ਕੇ ਸਦਨ ਮਹਿ, ਤੋ ਸੰਤਤ ਕੇ ਸਦਨ ਮਹਿ, ਤੇਰੇ ਪਰਿਵਾਰ ਵਾਲੇ ਤੇਰੇ ਬੱਚੇ ਹੋਣਗੇ ਇੱਥੇ। ਮਹਾਰਾਜ ਕਹਿੰਦੇ ਉਸ ਸਮੇਂ। ਹਾਂਜੀ। ਬਸੋ ਆਨ ਤਿਸ ਬਾਰ, ਫਿਰ ਆ ਕੇ ਤੇਰੇ ਘਰ ਵਿੱਚ ਰਵਾਂਗੇ। ਹੁਣ ਵੀ ਉੱਥੇ ਦੋਵੇਂ ਗੁਰਦੁਆਰੇ ਹੈਗੇ ਜੀ, ਇੱਕ ਛੇਵੇਂ ਪਾਤਸ਼ਾਹ ਜੀ ਦਾ
ਵਿਚਕਾਰ ਸਰੋਵਰ ਹੈ ਤੇ ਨਾਲ ਹੀ ਫਿਰ 10ਵੇਂ ਪਾਤਸ਼ਾਹ ਦਾ ਜੀ ਦੀਨੇ ਕਾਂਗੜ, ਜਿੱਥੇ ਜਫਰਨਾਮਾ ਲਿਖਿਆ 10ਵੇਂ ਪਾਤਸ਼ਾਹ ਫਿਰ ਇਸੇ ਰਾਏ ਜੋਧ ਦੇ ਪੁੱਤਰਾਂ ਕੋਲ ਆ ਕੇ ਰਹੇ ਸੀਗੇ। ਪੁੱਤਰਾਂ ਪੋਤਰਿਆਂ ਦੇ ਕੋਲ ਰਹੇ ਸਨ ਮਹਾਰਾਜ ਆ ਕੇ। ਸੋ ਮਹਾਰਾਜ ਕਹਿਣ ਲੱਗੇ ਦੂਜੇ ਰੂਪ 'ਚ ਆਵਾਂਗੇ ਤੇ ਉਦੋਂ ਤੁਸੀਂ ਨਹੀਂ ਹੋਵੋਗੇ, ਪਰ ਤੁਹਾਡੀ ਸੰਤਾਨ ਹੋਵੇਗੀ। ਹਾਂਜੀ, ਬੰਸ ਪ੍ਰਵਿਰਤੈ ਅਧਿਕ ਸੁਖ। ਤੁਹਾਡਾ ਵੰਸ਼ ਬੜਾ ਵਧੇਗਾ ਮਹਾਰਾਜ ਕਹਿਣ ਲੱਗੇ। ਅੱਜ ਵੀ ਰਾਏ ਜੋਧ ਦਾ ਪਰਿਵਾਰ ਦੱਸਦੇ ਇੰਗਲੈਂਡ ਦੇ ਵਿੱਚ ਹੈਗਾ ਜੀ। ਹਾਂਜੀ, ਤੁਮ ਆਏ ਮਮ ਕਾਜ। ਤੁਸੀਂ ਮੇਰੇ ਕੰਮ ਆਏ ਹੋ, ਤੁਸੀਂ ਸਾਡੀ ਸੇਵਾ ਕੀਤੀ ਹੈ। ਮਹਾਰਾਜ ਕਹਿੰਦੇ ਤੁਹਾਡਾ ਅੰਸ਼ ਬੰਸ਼ ਬੜਾ ਵਧੇਗਾ। ਹਾਂਜੀ, ਹਲਤ ਭਲਤ ਰਖੇਕ ਆਹੋ ਭੁਗਤ ਹੋ ਰਾਜ ਸਮਾਜ। ਹਾਲਤ ਪਲਤ ਲੋਕ ਪਰਲੋਕ ਵਿੱਚ ਤੁਹਾਡੀ ਰਾਖੀ ਅਸੀਂ ਕਰਾਂਗੇ, ਆਪ ਕਰਾਂਗੇ। ਰਾਜ ਭਾਗ ਭੋਗੋਗੇ ਮਹਾਰਾਜ ਕਹਿਣ ਲੱਗੇ। ਹਾਂਜੀ, ਇਮ ਬਰ ਦਿਓ ਵਿਸਾਲ ਕੋ ਦੋਹ ਲੋਗਨ ਸੁਖ ਕੇਰ। ਇਸ ਤਰੀਕੇ ਨਾਲ ਵਰ ਦਿੱਤਾ ਜੀ ਸੱਚੇ ਪਾਤਸ਼ਾਹ ਜੀ ਨੇ ਜੀ। ਦੋਵਾਂ ਲੋਕਾਂ 'ਚ ਸੁਖੀ ਰਹੋਗੇ, ਇਹ ਵਰ ਸੱਚੇ ਪਾਤਸ਼ਾਹ ਜੀ ਨੇ ਦਿੱਤਾ। ਦੰਪਤ ਪਾਏ ਪ੍ਰਮੋਦ ਕੋ ਸਿਰ ਧਰ ਪਦ ਪਰ ਫੇਰ। ਤੇ ਦੋਵੇਂ ਜੀ ਬੜੇ ਖੁਸ਼ ਹੋਏ। ਤੇ ਪਤਾ ਦੋਵਾਂ ਜੀਆਂ ਨੇ ਕੀ ਕੀਤਾ? ਦੋਵਾਂ ਨੇ ਫਿਰ ਮੱਥਾ ਟੇਕਿਆ। ਆਪਾਂ ਵੀ ਟੇਕੀਏ। ਧੰਨ ਧੰਨ ਸ੍ਰੀ ਗੁਰੂ। ਵੇਖ ਲਓ, ਪਹਿਲਾਂ ਵੀ ਮੱਥਾ ਟੇਕਿਆ ਤੇ ਫਿਰ ਟੇਕਿਆ ਜੀ। ਤੇ ਜਿਹੜਾ ਕੋਈ ਪਿਆਰ ਵਾਲਾ ਬਾਰ-ਬਾਰ ਮੱਥਾ ਟੇਕੇ ਨਾ, ਤੇ ਸਾਡੇ ਬੰਦੇ ਕਈ ਵਾਰੀ ਕਹਿੰਦੇ ਪਖੰਡ ਕਰਦਾ ਹੈ। ਤੇ ਜੇ ਉਹ ਕਰਦਾ ਤੇ ਕਰੀ ਜਾਵੇ, ਅਸੀਂ ਸਿੱਖਿਆ ਲਈ ਅਸੀਂ ਵੀ ਬਾਰ-ਬਾਰ ਟੇਕੀਏ। ਗੁਰੂ ਨੂੰ ਮੱਥਾ ਟੇਕਣਾ ਨਾ ਜੀ। ਹਾਂਜੀ, ਆਸ਼ਿਕ ਦੇ ਸਤ ਗੁਰ ਉਠੇ ਸਿਵਰ ਬਿਰਾਜੇ ਜਾਏ। ਇਹ ਕਹਿ ਕੇ ਮਹਾਰਾਜ ਰਾਏ ਜੋਧ ਦੇ ਘਰੋਂ ਉੱਠੇ, ਆਪਣੇ ਆਸਣ ਤੇ ਆ ਗਏ, ਤੰਬੂ ਵਿੱਚ ਆ ਗਏ ਜੀ। ਹਾਂਜੀ, ਸੁਪਤ ਜਥਾ ਸੁਖ ਜਾਮਨੀ ਪ੍ਰਾਤ ਭਈ ਪੁਨ ਆਏ। ਪ੍ਰਾਤ ਭਈ ਪੁਨ ਆਏ। ਫਿਰ ਮਹਾਰਾਜ ਗਰੀਬ ਨਵਾਜ ਅਗਲੇ ਦਿਨ ਉੱਠੇ ਤੇ ਐ ਆਨੰਦ ਦੇ ਨਾਲ ਸਤਿਗੁਰੂ ਜੀ, ਗਰੀਬ ਨਵਾਜ ਜੀ, ਮਹਾਰਾਜ ਜੀ ਫਿਰ ਉੱਥੋਂ ਚਾਲਾ ਪਾਇਆ ਜੀ। ਇੱਥੋਂ ਤੱਕ ਅੱਜ ਦੀ ਕਥਾ। ਰਾਏ ਜੋਧ ਨੇ ਤੇ ਰਾਣੀ ਨੇ ਨਿਮਰਤਾ ਦੇ ਕਰਕੇ ਬਹੁਤ ਕੁਝ ਖੱਟਿਆ ਜੀ। ਸਤਿਗੁਰੂ ਜੀ ਮਿਹਰ ਕਰਨ। 2 ਮਿੰਟ ਨਾਮ ਅਭਿਆਸ ਕਰੀਏ, ਫਿਰ ਖਿਮਾ ਮੰਗਾਂਗੇ। ਨਿਆਣਿਆਂ ਨੂੰ ਬੇਨਤੀ ਵੀ ਤੁਸੀਂ ਸ਼ਾਂਤ ਰਹਿਣਾ, ਅੰਦਰ ਅੰਦਰ ਨਾਮ ਜਪਣਾ, ਅੰਦਰ ਅੰਦਰ, ਤੇ ਬਾਕੀ ਗੱਜ ਗੱਜ ਕੇ ਨਾਮ ਜਪੋ। ਵਾਹਿਗੁਰੂ 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 ਗੱਜ ਕੇ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰੂ ਜੀ ਨੇ ਦੋਵਾਂ ਜੀਆਂ ਨੂੰ ਕਿਹਾ, ਮਹਾਰਾਜ ਕਹਿੰਦੇ ਨਾਮ ਦਾ ਤੇ ਗਿਆਨ ਦਾ, ਭਗਤੀ ਦਾ ਤੇ ਗਿਆਨ ਦਾ ਅਭਿਆਸ ਕਰਿਆ ਕਰੋ। ਤੇ ਭਗਤੀ ਦਾ ਅਭਿਆਸ ਕੀ ਹੈ? ਕਥਾ ਸੁਣਨੀ, ਬਾਣੀ ਪੜ੍ਹਨੀ, ਕੀਰਤਨ ਸੁਣਨਾ, ਵਾਹਿਗੁਰੂ 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 ਜਪ ਕਰਨਾ। ਮਹਾਰਾਜ ਜੀ ਮਿਹਰ ਕਰਨ, ਸਾਨੂੰ ਵੀ ਇਹ ਦਾਤ ਬਖਸ਼ਣ ਅਭਿਆਸ ਕਰਨ ਦੀ, ਸਿਮਰਨ ਕਰਨ ਦੀ, ਸੇਵਾ ਕਰਨ ਦੀ। ਅੱਗੋਂ ਸਾਖੀ ਕੱਲ੍ਹ ਨੂੰ ਸੁਣਾਂਗੇ। ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।